ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਅਸੀਂ ਸੈਸ਼ਨ ਨੂੰ ਆਰੰਭ ਕਰੀਏ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਆਪ ਜੀ ਸਾਰੇ ਨੂੰ ਕਿ ਅਸੀਂ ਜਥੇ ਬਣਾ ਲਈਏ। ਸੋ ਅਸੀਂ ਤਕਰੀਬਨ 35 ਕੁ ਦੇ ਆਸ-ਪਾਸ ਹਾਂ ਜਾਂ 40 ਹਾਂ ਅਤੇ 5 ਜਥਿਆਂ ਵਿੱਚ ਆਪਣੇ ਆਪ ਨੂੰ ਵੰਡ ਲਈਏ ਅਤੇ ਵੱਖ-ਵੱਖ ਥਾਵਾਂ ਚੁਣ ਲਈਏ ਕੋਨਿਆਂ 'ਚ ਅਤੇ ਹੁਣੀ ਛੇਤੀ ਆਪਾਂ ਕਰ ਲਈਏ ਕਿਉਂਕਿ ਸਮਾਂ ਸਾਡੇ ਕੋਲ ਘੱਟ ਹੈ। 5 ਜਥੇ ਬਣਾ ਲਈਏ ਅਤੇ ਸਾਰੇ ਇਹਦੇ ਵਿੱਚ ਕੈਂਪਰਸ ਵੀ ਆ ਜਾਣਗੇ ਅਤੇ ਨਾਲ ਜਿਹੜੇ ਆਪਣੇ ਸੇਵਾਦਾਰ ਨੇ ਉਹ ਵੀ ਸਾਰੇ ਵਿੱਚ ਹੀ ਆ ਜਾਣ ਸਾਰੇ। ਵਾਹਿਗੁਰੂ ਜੀ ਜਥੇ ਬਣ ਗਏ ਨੇ? ਠੀਕ ਹੈ ਜੀ। ਹੁਣ ਆਪ ਜੀ ਧਿਆਨ ਨਾਲ ਸੁਣੋ ਕਿ ਕਰਨਾ ਕੀ ਹੈ। ਵਾਹਿਗੁਰੂ ਸਾਰਿਆਂ ਨੂੰ ਆਵਾਜ਼ ਆ ਰਹੀ ਹੈ? ਜੇਕਰ ਗੱਲਾਂ ਕਰਾਂਗੇ ਤਾਂ ਫਿਰ ਇਕਾਗਰਤਾ ਨਹੀਂ ਬਣੇਗੀ। ਤੁਸੀਂ ਧਿਆਨ ਨਾਲ ਸੁਣੋ ਕਿ ਕਰਨਾ ਕੀ ਹੈ। ਅਸੀਂ ਆਪ ਜੀਆਂ ਨੂੰ ਅਖਬਾਰਾਂ ਦੇ ਰਹੇ ਹਾਂ, ਅਖਬਾਰਾਂ ਇੱਥੇ ਪਈਆਂ ਨੇ ਅਤੇ ਨਾਲ ਅਸੀਂ ਇੱਕ ਗਲੂ ਦੀ ਸ਼ੀਸ਼ੀ ਰੱਖੀ ਹੈਗੀ ਇੱਥੇ, ਠੀਕ ਹੈ। ਤੁਸੀਂ ਕੀ ਬਣਾਉਣਾ? ਤੁਸੀਂ ਇੱਕ ਮੀਨਾਰ ਬਣਾਉਣੀ ਹੈ, ਇੱਕ ਟਾਵਰ ਬਣਾਉਣਾ ਅਤੇ ਉਹ ਟਾਵਰ ਸਾਰਿਆਂ ਤੋਂ ਉੱਚਾ ਹੋਣਾ ਚਾਹੀਦਾ ਤੁਹਾਡੇ ਜਥੇ ਦਾ। ਇੱਕ ਜਥੇ ਨੇ ਇੱਕ ਟਾਵਰ ਬਣਾਉਣਾ ਅਤੇ ਉਹਦਾ ਰੂਲ ਇਹ ਆ ਕਿ ਘੱਟੋ ਘੱਟ 10 ਸਕਿੰਟ ਉਹ ਟਾਵਰ ਸਿੱਧਾ ਖੜ੍ਹਾ ਰਹਿਣਾ ਚਾਹੀਦਾ, ਡਿੱਗਣਾ ਨਹੀਂ ਚਾਹੀਦਾ। ਅਤੇ ਨਾਲ ਆਹ ਇੱਕ ਝੰਡਾ ਹੈ, ਇਹ ਉਹਦੇ ਉੱਤੇ ਲਾਉਣਾ, ਠੀਕ ਆ। ਅਤੇ ਇਹ ਝੰਡਾ ਡਿੱਗਣਾ ਨਹੀਂ ਚਾਹੀਦਾ। ਚੇਤਾ ਰਹੇਗਾ? ਰੂਲਸ ਕਲੀਅਰ ਨੇ? ਜਿਹਦਾ ਟਾਵਰ ਮੀਨਾਰ ਜਿਹਦੀ ਛੇਤੀ ਡਿੱਗ ਪਈ, 10 ਸਕਿੰਟਾਂ ਦੇ ਵਿੱਚ ਡਿੱਗ ਪਈ, ਉਹ ਟੀਮ ਡਿਸਕੁਆਲੀਫਾਈ, ਠੀਕ ਆ। ਕਿਸੇ ਨੂੰ ਕੋਈ ਦੁਬਿਧਾ ਆਪ ਜੀ ਦੇ ਕੋਲ? ਹਾਂਜੀ ਹਾਂਜੀ, ਪੱਖੇ ਜੇਕਰ ਆਪ ਜੀ ਨੂੰ ਲੋੜ ਲੱਗਦੀ ਹੈ ਤਾਂ ਬੰਦ ਕਰ ਲਵਾਂਗੇ। ਹਾਂਜੀ ਕੋਈ ਗੱਲ ਨਹੀਂ, ਜੇਕਰ ਲੋੜ ਲੱਗਦੀ ਹੈ ਤਾਂ ਬੰਦ ਕਰ ਲਓ। ਜੇ ਵਿਚਾਲੇ ਵਾਲੇ ਨੇ ਉਹਨਾਂ ਦਾ ਕੋਈ ਅਸਰ ਨਹੀਂ, ਜੇ ਕੋਨੇ ਵਾਲੇ 'ਚ ਹੈਗੇ ਉਹ ਬੰਦ ਕਰ ਲਓ। ਆਪ ਜੀ ਦੇ ਕੋਲ 15 ਕੁ ਮਿੰਟ ਨੇ ਜਾਂ 15 ਮਿੰਟ, 15 ਮਿੰਟ ਨਹੀਂ ਤੁਹਾਡੇ ਕੋਲ, ਅਤੇ ਇਹਨਾਂ 15 ਮਿੰਟਾਂ ਦੇ ਵਿੱਚ ਤੁਸੀਂ ਅਖਬਾਰ ਇੱਥੋਂ ਚੁੱਕਣੀ ਆ ਇੱਕ ਇੱਕ ਕਰਕੇ, ਅਤੇ ਜਿਹੜੀ ਗਲੂ ਆ ਉਹ ਸਾਰੇ ਜਥਿਆਂ ਨੂੰ ਇੱਕੋ ਹੀ ਮਿਲੀ ਹੈ। ਸੋ ਜਦੋਂ ਤੁਸੀਂ ਵਰਤਣੀ ਆ, ਵਰਤ ਕੇ ਇੱਥੇ ਲਿਆ ਕੇ ਰੱਖ ਦੇਣੀ, ਫਿਰ ਇੱਥੋਂ ਲਿਜਾ ਕੇ ਵਰਤ ਕੇ ਫਿਰ ਇੱਥੇ ਲਿਆ ਕੇ ਰੱਖ ਦੇਣੀ, ਠੀਕ ਹੈ। ਹੁਣ ਮੈਂ ਆਪ ਜੀ ਨੂੰ ਇੱਕ ਹੈਕ ਦੱਸ ਰਿਹਾ, ਇੱਕ ਬੜਾ ਜੁਗਤ ਦੱਸ ਰਿਹਾ ਕਿ 2 ਤਰੀਕੇ ਨਾਲ ਤੁਹਾਡੀ ਮੀਨਾਰ ਸਭ ਤੋਂ ਉੱਚੀ ਹੋ ਸਕਦੀ ਹੈ। ਪਹਿਲਾ ਕਿ ਸਭ ਤੋਂ ਉੱਚੀ ਮੀਨਾਰ ਬਣਾਓ, ਦੂਜਾ ਕਿ ਦੂਜੇ ਦੀ ਮੀਨਾਰ ਮੇਰੇ ਤੋਂ ਉੱਚੀ ਨਾ ਹੋਵੇ, ਠੀਕ ਹੈ। ਪਰ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਅਸੀਂ ਬੈਠੇ ਹਾਂ ਅਤੇ ਉਹ ਮਰਿਆਦਾ ਦਾ ਧਿਆਨ ਖਾਸ ਰੱਖਿਆ ਜਾਵੇ। ਉਹ ਤੋਂ ਇਲਾਵਾ ਆਪ ਜੀ ਜੋ ਆਪ ਜੀ ਦੀ ਇੱਛਾ ਹੋ ਸਕਦੀ ਹੈ ਤੁਸੀਂ ਕਰ ਸਕਦੇ। ਆਪ ਜੀ ਦਾ ਸਮਾਂ ਸ਼ੁਰੂ ਹੁੰਦਾ ਹੁਣ। ਆਪ ਜੀ ਅਖਬਾਰਾਂ ਲੈ ਸਕਦੇ। ਹਾਂਜੀ ਆਹ ਦੇ ਦਿਓ।
ਵਾਹਿਗੁਰੂ ਜੀ। ਔਨ 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 ਕਿੱਥੇ ਹੋਏਗਾ? ਵਾਹਿਗੁਰੂ ਵਾਹਿਗੁਰੂ। ਤੁਸੀਂ ਬੁਰਜ ਖਲੀਫਾ ਦੇਖਿਆ ਤਸਵੀਰਾਂ 'ਚ, ਤੇ ਲੀਨਿੰਗ ਟਾਵਰ ਔਰ ਪੀਜ਼ਾ ਦੇਖਿਆ? ਦੋਨਾਂ 'ਚ ਕੀ ਫਰਕ ਹੈਗਾ? ਹਾਂ, ਇੱਕ ਟੇਢਾ ਇੱਕ ਸਿੱਧਾ। ਸਿੱਧੇ ਵਾਲਾ ਬਣਾਉਣਾ ਆਪਾਂ। ਵਾਹਿਗੁਰੂ 5 ਮਿੰਟ ਰਹਿ ਗਏ ਆਪ ਜੀ ਦੇ। ਵਾਹਿਗੁਰੂ ਸਿਰਫ 2 ਮਿੰਟ ਹਨ ਆਪ ਜੀ ਕੋਲ। ਵਾਹਿਗੁਰੂ ਜੀ, ਛੱਡ ਦਿਓ ਸਾਰੇ, ਜਿੱਦਾਂ ਦੇ ਵੀ ਨੇ ਸਾਰੇ ਛੱਡ ਦਿਓ, ਪਿੱਛੇ ਹੋ ਜਾਓ। ਸਾਰੇ ਛੱਡ ਦਿਓ, ਛੱਡ ਦਿਓ, ਸਾਰੇ ਛੱਡ ਦਿਓ, ਪਿੱਛੇ ਪਿੱਛੇ ਹੋ ਜਾਓ। ਸਾਰੇ ਛੱਡ ਦਿਓ ਜੀ, ਛੱਡ ਦਿਓ, ਛੱਡ ਦਿਓ। ਜਿਹੜਾ ਕੋਈ ਹੱਥ ਲਾਵੇਗਾ ਹੁਣ। ਵਾਹਿਗੁਰੂ ਜੀ, ਛੱਡ ਦਿਓ, ਛੱਡ ਦਿਓ, ਛੱਡ ਦਿਓ, ਛੱਡ ਦਿਓ। ਉਹਨਾਂ ਨੂੰ ਕਹੋ ਛੱਡ ਦੇਣਗੇ। ਪਿੱਛੇ ਹਟ, ਪਿੱਛੇ। ਵਾਹਿਗੁਰੂ ਜੀ, ਪਿੱਛੇ ਹੋ ਜਾਓ, ਸਾਰੇ ਪਿੱਛੇ ਹੋ ਜਾਓ। ਛੱਡ ਦਿਓ, ਛੱਡ ਦਿਓ, ਛੱਡ ਦਿਓ। ਕਿ ਕਿਹਨਾਂ ਦਾ ਰਹਿ ਗਿਆ ਹੈਗਾ? ਇੱਕ ਉਹਨਾਂ ਦਾ, ਇੱਕ ਉਹਨਾਂ ਦਾ। ਨਹੀਂ, ਉੱਥੇ ਰਹਿੰਦੇ ਪਹਿਲੇ। ਇੱਕ ਵਾਰੀ ਸਾਰੇ ਜਣੇ ਧਿਆਨ ਨਾਲ, ਜਿੰਨੀਆਂ ਵੀ ਮੀਨਾਰਾਂ ਬਣੀਆਂ ਸੀਗੀਆਂ, ਧਿਆਨ ਨਾਲ ਉਹਨਾਂ ਨੂੰ ਦੇਖੋ ਇੱਕ ਵਾਰੀ। ਆਪ ਜੀ ਦੇ ਕੋਲ 10 ਇੰਚ ਨੇ, ਸਾਰੇ ਉੱਠ ਕੇ ਇੱਕ ਵਾਰੀ ਦੇਖੋ ਬਾਕੀਆਂ ਨੇ ਕੀ ਕੀਤਾ ਹੈਗਾ। ठीक है वाहिगुरु जी, सज जाइए, वापस आ जाइए, वापस आ जाइए, सज जाइए सारे, आपो अपनी थां ते सज जाइए। आ चक दो वाहिगुरु जी, सज जाइए, समा ना खराब करिए, आ जाओ।
ਵਾਹਿਗੁਰੂ 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 ਪੰਥ ਨਿਹਾਰੈ ਕਾਮਨੀ ਲੋਚਨ ਪਰੀ ਲੈ ਉਸਾਸਾ ਹੁਰ ਨਾ ਭੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉਡੋ ਨ ਕਾਗਾ ਕਾਰੇ बेग मिलीजै अपने राम प्यारे कहो कबीर जीवन पद कारण हर की भगत करीजै एक आधार नाम नारायण रसना राम रविजय दंडौत बंदन अनक बार सर्व कला समरथ डोलन ते राखो प्रभु नानक दे कर हथ वाहिगुरु जी का खालसा वाहिगुरु जी की प्यारिओ जिहड़ा साडा अज दा विषय है ते मैं इस नूं विषय नूं आरंभ करन तो पहला मैं आप जी नूं बेनती कर देवां कि असीं बहुत सौखे ते सुखैन शब्दां दी वरतों करांगे। सब तो मुढ़ली चीज़ जिहड़ी पंथ दे सामने चुनौती है वो है अपने रिसोर्स दी मैनेजमेंट। जिहड़ा सरमाया साडे पंथ कोल है उहनूं लाउणा कित्थे है ते जिहड़े संस्थावां संप्रदावां इन्हां दे कोलों कारज की कराउणा है ये सब तो मुढ़ला सवाल है साडे पंथ के सामने। ते अज दा साडा जिहड़ा विषय आ वो इस केंद्र बिंदु ते आधारित रहेगा। ते मैं आप जी नूं पंथक तौर ते नहीं निज तौर ते कुछ बेनतियां करना चाहुंदा। अमूमन तौर पर असीं कहने पंथ नूं आ करना चाहिए पंथ नूं ये करना चाहिए पर अज असीं सवाल पुछांगे अपने आप नूं। ते मैं जिन्ना क भी समा गुरु साहिब जी ने बख्शिया हैगा तो मैं आप जी नूं जरूर बेनती करना चाहुंदा जिहड़ी भी चीज़ असीं वाचन की कोशिश करांगे उहदे तो किते ना किते अपने आप नूं जोड़न दा यतन करियो कि मैं कित्थे खड़ा है जां मैं किहड़े पासे नूं हां। धन गुरु गोबिंद सिंह महाराज ने जदों खालसा पंथ की स्थापना की खालसा प्रगट किया तो गुरु साहिब जी तो पहला धन गुरु गोबिंद सिंह महाराज जी तो पहला खालसा शब्द धन गुरु हरगोबिंद साहिब जी ने भी वरतिया है। जिहड़ी कल तो असीं बार बार ये गल कर रहे हैं कि जिहड़ा शब्द है खालसा ये शब्द की है। आपां जदों बचन पढ़ते हैं ना पूर्व की संगत गुरु का खालसा है हुक्मनामे में जिक्र आउंदा श्री गुरु हरगोबिंद साहिब महाराज बचन करते
ਇੱਦਾਂ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਬਚਨ ਕੀਤਾ ਖਾਲਸੇ ਦਾ। ਉਹਨਾਂ ਕਿਹਾ, ਕਹਿੰਦੇ ਪਟਨੇ ਕੀ ਸੰਗਤ ਨੂੰ ਜਦੋਂ ਗੁਰੂ ਸਾਹਿਬ ਜੀ ਨੇ ਹੁਕਮਨਾਮਾ ਭੇਜਿਆ ਤੇ ਉੱਥੇ ਵੀ ਗੁਰੂ ਸਾਹਿਬ ਜੀ ਨੇ ਕਿਹਾ, ਕਹਿੰਦੇ ਪਟਨੇ ਕੀ ਸੰਗਤ ਗੁਰੂ ਕਾ ਖਾਲਸਾ ਹੈ। ਹੁਣ ਕੱਲ੍ਹ ਤੋਂ ਅਸੀਂ ਬਾਰ-ਬਾਰ ਇਸ ਸ਼ਬਦ ਨੂੰ ਵਾਚਣ ਦਾ ਯਤਨ ਕਰ ਰਹੇ ਹਾਂ, ਪਰ ਇਹ ਸ਼ਬਦ ਬੜਾ ਕੀਮਤੀ ਸ਼ਬਦ ਹੈ ਔਰ ਜਿਹੜੀ ਸਿੱਖੀ ਸਿਧਾਂਤ ਹੈ ਉਹ ਇਸ ਚੀਜ਼ 'ਤੇ ਆਧਾਰਿਤ ਹੈ ਕਿ ਇੱਕ ਆਮ ਮਨੁੱਖ ਗੁਰੂ ਕਾ ਖਾਲਸਾ ਕਿਵੇਂ ਬਣਦਾ ਹੈ ਤੇ ਗੁਰੂ ਕੇ ਖਾਲਸੇ ਤੋਂ ਉਹਦੀ ਜਿਹੜੀ ਸ਼ੁਰੂਆਤ ਆਰੰਭ ਹੁੰਦੀ ਹੈ, ਉੱਥੋਂ ਵਾਹਿਗੁਰੂ ਜੀ ਕਾ ਖਾਲਸੇ ਤੱਕ ਕਿਵੇਂ ਪਹੁੰਚਦਾ। ਜਦੋਂ ਅਸੀਂ ਆਪਣੇ ਜੀਵਨ ਨੂੰ ਦੇਖਦੇ ਹਾਂ ਨਾ, ਤੇ ਸੁਭਾਵਿਕ ਤੌਰ 'ਤੇ ਅਸੀਂ ਇਸ ਸੰਸਾਰ 'ਤੇ ਜਦੋਂ ਆਏ ਸੀ ਨਾ, ਤੇ ਸਾਡੇ ਮਾਤਾ ਪਿਤਾ, ਸਾਡੇ ਭਰਾ, ਸਾਡੀ ਭੈਣ, ਸਾਡੇ ਰਿਸ਼ਤੇਦਾਰ, ਸਾਕ ਸੰਬੰਧੀ ਇਸ ਸੰਸਾਰ 'ਚ ਸਾਡੇ ਤੋਂ ਪਹਿਲਾਂ ਆਏ। ਉਹਨਾਂ ਨੇ ਸਾਨੂੰ ਕੁਝ ਗੁੜਤੀ ਦਿੱਤੀ, ਕੁਝ ਸਮਝਾਇਆ, ਕੁਝ ਬੁਝਾਇਆ, ਤੇ ਉਹਨਾਂ ਦੇ ਆਧਾਰ 'ਤੇ ਸਾਡਾ ਜੀਵਨ ਟਿਕਿਆ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਆਉਣ ਤੋਂ ਪਹਿਲਾਂ ਇਸ ਸੰਸਾਰ ਦੇ ਵਿੱਚ ਵਿਚਰਨਾ ਕਿਵੇਂ, ਇਹਦੀ ਗੁੜਤੀ ਸਾਨੂੰ ਦੇ ਦਿੱਤੀ। ਤੇ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਵਿਚਰਨਾ ਕਿਵੇਂ, ਗੁਰੂ ਕੇ ਖਾਲਸੇ ਦੀ ਤਰ੍ਹਾਂ। ਆਮ ਤੌਰ 'ਤੇ ਅਸੀਂ ਸ਼ਬਦ ਦਾ ਅਰਥ ਪੜ੍ਹਦੇ ਹਾਂ ਤੇ ਉਹ ਜ਼ਮੀਨ ਨੂੰ ਖਾਲਸਾ ਕਿਹਾ ਗਿਆ ਜਿਹਦਾ ਸੰਬੰਧ ਸਿੱਧਾ ਸਤਿਗੁਰੂ ਦੇ ਨਾਲ ਹੈ, ਰਾਜੇ ਨਾਲ। ਪਰ ਅਸੀਂ ਜਦੋਂ ਪਿਛੋਕੜ 'ਚ ਜਾਂਦੇ ਹਾਂ ਤੇ ਸਾਨੂੰ ਇਹ ਚੀਜ਼ ਸਮਝਣੀ ਪਵੇਗੀ ਕਿ ਗੁਰੂ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, ਉਸ ਵੇਲੇ ਦੇ ਹਾਲਾਤ ਕੀ ਸਨ ਤੇ ਉਹਦੇ ਨਾਲ ਅਜੋਕੇ ਸਮੇਂ ਦੇ ਹਾਲਾਤਾਂ ਨੂੰ ਅਸੀਂ ਕਿਵੇਂ ਰਿਲੇਟ ਕਰ ਸਕਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਅਨੰਦਪੁਰ ਸਾਹਿਬ ਵਿੱਚ ਸਿੱਖਾਂ ਨੂੰ ਇਕੱਤਰਿਤ ਕੀਤਾ। ਗੁਰੂ ਸਾਹਿਬ ਜੀ ਨੇ ਖੰਡੀ ਬਾਟੀ ਦੀ ਪੌਲ ਤਿਆਰ ਕੀਤੀ, ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਰਹਿਤ ਦਿੱਤੀ ਤੇ ਉਹਨਾਂ ਨੂੰ ਬਚਨ ਕਿਹਾ, ਕਹਿੰਦੇ ਇਸ ਰਹਿਤ ਦੇ ਧਾਰਨੀ ਹੋਣ ਵਾਲੇ ਗੁਰੂ ਕਾ ਖਾਲਸਾ ਖਵਾਇਆ ਜਾਵੇਗਾ। ਉੱਥੇ ਸ਼ਬਦ ਗੁਰੂ ਕਾ ਖਾਲਸਾ ਕਿਹਾ। ਆਪਾਂ ਜਦੋਂ ਬਚਨ ਪੜ੍ਹਦੇ ਹਾਂ ਕਵੀ ਸੈਨਾਪਤ ਦੇ, ਮੈਂ ਉਹਦੇ ਕੁਝ ਸਕਰੀਨਸ਼ਾਟਸ ਵੀ ਆਪ ਜੀ ਨੂੰ ਦਿਖਾਉਣਾ। ਕਵੀ ਸੈਨਾਪਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਦਾ ਦਰਬਾਰੀ ਕਵੀ ਹੈ ਔਰ ਇੰਨਾ ਵੱਡਾ ਵਿਦਵਾਨ ਹੈ ਕਿ ਚਾਣਕਿਆ ਰਾਜਨੀਤੀ ਗੁਰੂ ਸਾਹਿਬ ਜੀ ਨੇ ਉਹਦਾ ਅਨੁਵਾਦ ਕਵੀ ਸੈਨਾਪਤ ਤੋਂ ਕਰਾਇਆ। ਸ਼ਹੀਦ ਹੈ ਬਾਅਦ 'ਚ ਜਾ ਕੇ। ਪਰ ਕਵੀ ਸੈਨਾਪਤ ਕੀ ਲਿਖਦਾ ਹੈ ਉਸ ਸਮੇਂ ਦੇ ਹਾਲਾਤਾਂ ਬਾਰੇ, ਮੈਂ ਉਹ ਆਪ ਜੀ ਦੇ ਨਾਲ ਸਾਂਝਾ ਕਰਨਾ ਸੀ। ਪਹਿਲੇ ਸਕਰੀਨਸ਼ਾਟ ਜਾਈਏ ਜੀ। ਉੱਥੇ ਉਹਨਾਂ ਬਚਨ ਕਿਹਾ, ਕਵੀ ਸੈਨਾਪਤ ਲਿਖਦਾ ਹੈ, ਕਹਿੰਦੇ ਕਲ ਮੈਂ ਕਰਨਹਾਰ ਨਿਰੰਕਾਰ ਕਲਾਧਾਰ। ਕਹਿੰਦੀ ਜੇ ਇਸ ਸੰਸਾਰ ਵਿੱਚ ਕੋਈ ਕਰਨਹਾਰ ਹੈ ਇਸ ਕਲਯੁਗ ਦੇ ਵਿੱਚ, ਉਹ ਨਿਰੰਕਾਰ ਕਲਾਧਾਰੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਬਚਨ ਕਿਹਾ। ਉਹਨਾਂ ਕਿਹਾ, ਜਗਤ ਕੇ ਉਧਾਰ ਬੇਕੋ ਗੋਬਿੰਦ ਸਿੰਘ ਆਇਓ ਹੈ। ਕਹਿੰਦੇ ਸੰਸਾਰ ਨੂੰ ਤਾਰਨ ਵਾਸਤੇ ਜੇ ਕੋਈ ਆਇਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਨੇ। ਪਰ ਉੱਥੇ ਉਹਨਾਂ ਇੱਕ ਬੜਾ ਬਾਕਮਾਲ ਬਚਨ ਲਿਖਿਆ। ਉਹਨਾਂ ਕਿਹਾ, ਕਹਿੰਦੇ ਅਸੁਰ ਸੰਘਾਰ ਬੇਕੋ, ਕਹਿੰਦੇ ਅਸੁਰਾਂ ਦੇ ਨਾਸ਼ ਵਾਸਤੇ, ਦੁਰਜਨ ਕੇ ਮਾਰਬੇ ਕੋ, ਸੰਕਟ ਨਿਵਾਰਬੇ ਕੋ ਖਾਲਸਾ ਬਣਾਇਓ ਹੈ। ਕਹਿੰਦੇ ਖਾਲਸੇ ਦਾ ਉਦੇਸ਼ ਕੀ ਆ? ਕਹਿੰਦੇ ਅਸੁਰਾਂ ਦੇ ਸੰਘਾਰ ਵਾਸਤੇ, ਜਿਹੜੇ ਮਾੜੇ ਲੋਕ, ਮਾੜੀ ਬਿਰਤੀਆਂ ਨੇ, ਉਹਨਾਂ ਦਾ ਨਾਸ਼ ਕਰਨ ਵਾਸਤੇ ਖਾਲਸੇ ਨੂੰ ਬਣਾਇਆ। ਤੇ ਇਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਰਦੇ ਆ। ਸੱਚੇ ਪਾਤਸ਼ਾਹ ਕਹਿੰਦੇ ਹਮ ਇਹ ਕਾਜ ਜਗਤ ਮੁਆਏ, ਧਰਮ ਹੇਤ ਗੁਰਦੇਵ ਪਠਾਏ। ਉੱਥੇ ਮਹਾਰਾਜ ਨੇ ਬਚਨ ਕਿਹਾ, ਕਹਿੰਦੇ ਅਸੀਂ ਕਾਹਦੇ ਵਾਸਤੇ ਆਏ? ਸੰਤ ਉਬਾਰਨ। ਉੱਥੇ ਮਹਾਰਾਜ ਕਹਿੰਦੇ ਕਿ ਨਹੀਂ, ਸੰਤਾਂ ਨੂੰ ਉਬਾਰਨ ਵਾਸਤੇ ਆਏ ਤੇ ਦੁਸ਼ਟਾਂ ਨੂੰ ਸੰਘਾਰਨ ਵਾਸਤੇ ਆਏ। ਜੋ ਪਿਤਾ ਦਾ ਮਿਸ਼ਨ ਹੈ ਉਹੀ ਸਿੱਖ ਦਾ ਤੇ ਖਾਲਸੇ ਦਾ ਮਿਸ਼ਨ ਹੈ। ਤਾਂ ਗੁਰੂ ਸਾਹਿਬ ਜੀ ਨੇ ਜਦੋਂ ਅੱਖਾਂ ਦੇ ਵਿੱਚ ਸਿੱਖ ਦੇ ਅੰਮ੍ਰਿਤ ਦੇ ਚੁੜੇ ਪਾਏ, ਛਿੱਟੇ ਪਾਏ, ਮੂੰਹ ਦੇ ਵਿੱਚ ਚੁੜੇ ਪਾਏ, ਤੇ ਗੁਰੂ ਸਾਹਿਬ ਜੀ ਨੇ ਬਚਨ ਕਿਹਾ, ਕਹਿੰਦੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਥੇ ਕਿਉਂ ਕਿਹਾ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ? ਕਿਉਂ? ਗੁਰੂ ਤੇਗ ਬਹਾਦਰ ਸਾਹਿਬ ਤੇ ਬਚਨ ਕਰ ਰਹੇ ਗੁਰੂ ਕਾ ਖਾਲਸਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ, ਗੁਰੂ ਕਾ ਖਾਲਸਾ ਨਹੀਂ, ਵਾਹਿਗੁਰੂ ਕਾ ਖਾਲਸਾ। ਕਿਉਂ? ਕਿਉਂਕਿ ਜਿਹੜਾ ਕੋਈ ਵਾਹਿਗੁਰੂ ਦਾ ਹੋ ਗਿਆ ਉਹ ਗੁਰੂ ਦਾ ਆਪੇ ਹੀ ਹੋ ਜਾਏਗਾ। ਔਰ ਇਸੇ ਕਾਰਨ ਵਾਸਤੇ ਜਦੋਂ ਗੁਰੂ ਸਾਹਿਬ ਜੀ ਨੇ ਕਰਮ ਤੇ ਧਰਮ ਨਾਸ਼ ਕਰਕੇ, ਜਾਤਾਂ ਤੇ ਪਾਤਾਂ ਨਾਸ਼ ਕਰਕੇ, ਉਹਨਾਂ ਦੇ ਧੜੇ ਨਾਸ਼ ਕਰਕੇ, ਵਰਨ ਵੰਡ ਨਾਸ਼ ਕਰਕੇ, ਮਨ ਦੀਆਂ
ਚਤਾਈਆਂ ਨੂੰ ਨਾਸ਼ ਕਰਕੇ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਪ੍ਰਗਟ ਕਰ ਦਿੱਤਾ ਤੇ ਕਿਹਾ, ਕਹਿੰਦੇ ਨਹੀਂ, ਇਹ ਖਾਲਸਾ ਹੁਣ ਉਹ ਮੰਨੇਗਾ ਜੋ ਗੁਰੂ ਕੀ ਰਹਿਤ ਹੈ। ਤੇ ਉਹਨਾਂ ਸਮਿਆਂ ਦੇ ਹਾਲਾਤਾਂ ਬਾਰੇ ਕਵੀ ਸੈਨਾਪਤ ਲਿਖਦੇ, ਕਹਿੰਦੇ ਜਦੋਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੀ ਗੁੜਤੀ ਦਿੱਤੀ, ਅੰਮ੍ਰਿਤ ਛਕਾਇਆ ਤੇ ਸਿੱਖਾਂ ਨੂੰ ਬਚਨ ਕਿਹਾ, ਕਹਿੰਦੇ ਹੁਣ ਤੁਸੀਂ ਇਸ ਰਹਿਤ ਨੂੰ ਧਾਰਨ ਕਰਨਾ। ਤੇ ਉਸ ਵੇਲੇ ਆਨੰਦਪੁਰ ਸਾਹਿਬ ਤੋਂ ਸਿੱਖ ਅੰਮ੍ਰਿਤ ਛਕ ਕੇ ਦਿੱਲੀ ਦੀ ਧਰਤੀ ਤੇ ਆਏ। ਤੇ ਜਦੋਂ ਦਿੱਲੀ ਆਏ ਤੇ ਦਿੱਲੀ ਦੇ ਵਿੱਚ ਦੋ ਧੜੇ ਬਣ ਗਏ। ਇੱਕ ਧੜਾ ਉਹ ਸੀ ਜਿਹੜਾ ਕਹਿੰਦਾ ਸੀ ਕਿ ਸਾਨੂੰ ਗੁਰੂ ਸਾਹਿਬ ਜੀ ਨੇ ਰਹਿਤ ਬਹਿਤ ਦਿੱਤੀ, ਅਸੀਂ ਇਸ ਰਹਿਤ ਦੇ ਧਾਰਨੀ ਆ। ਤੇ ਦੂਜਾ ਧੜਾ ਕੀ ਸੀ? ਦੂਜਾ ਧੜਾ ਕਹਿੰਦਾ ਨਹੀਂ, ਉਹਨਾਂ ਨੇ ਕੁਝ ਗੱਲਾਂ ਕਹੀਆਂ। ਪਹਿਲਾਂ ਉਹਨਾਂ ਵਚਨ ਕਿਹਾ, ਕਹਿੰਦੇ ਨਹੀਂ, ਇਹ ਰਹਿਤ ਬੜੀ ਔਖੀ ਆ, ਇਸ ਰਹਿਤ ਨੂੰ ਮੈਂ ਧਾਰਨ ਨਹੀਂ ਕਰ ਸਕਦਾ, ਬੜੀ ਔਖੀ ਰਹਿਤ ਹੈ, ਇਹ ਮੇਰੇ ਤੋਂ ਨਹੀਂ ਹੋਣੀ। ਦੂਜਾ ਉਹਨਾਂ ਬਚਨ ਕਿਹਾ, ਉਹ ਕਹਿੰਦੀ ਨਹੀਂ, ਇਹ ਜਿਹੜੀ ਰਹਿਤ ਹੈ ਨਾ, ਇਹ ਤੁਸੀਂ ਆਪਣੇ ਆਪ ਬਣਾਈ ਹੈ, ਗੁਰੂ ਸਾਹਿਬ ਜੀ ਨੇ ਤੁਹਾਨੂੰ ਬਚਨ ਨਹੀਂ ਕਿਹਾ। ਤੀਸਰਾ ਬਚਨ ਉਹਨਾਂ ਕਿਹਾ, ਕਹਿੰਦੇ ਜਦੋਂ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਆਵੇਗਾ ਉਦੋਂ ਦੇਖਾਂਗੇ, ਹਲੇ ਨਹੀਂ ਅਸੀਂ ਮੰਨਦੇ। ਚੌਥਾ ਉਹਨਾਂ ਬਚਨ ਕਿਹਾ, ਕਹਿੰਦੇ ਜੇ ਅਸੀਂ ਇਸ ਰਹਿਤ ਨੂੰ ਮੰਨ ਲਿਆ ਤੇ ਜਿਹੜੀ ਸੁਸਾਇਟੀ 'ਚ ਅਸੀਂ ਰਹਿੰਦੇ ਹਾਂ, ਜਿਹੜੇ ਮਾਹੌਲ 'ਚ ਅਸੀਂ ਰਹਿੰਦੇ ਹਾਂ, ਜਿਹੜੀ ਜਾਤ ਵਿੱਚ ਅਸੀਂ ਵਿਚਰਦੇ ਹਾਂ, ਉਹਨਾਂ ਵਿੱਚ ਬਹੁਤਾਤ ਵਿੱਚ ਜਿਹੜੇ ਬ੍ਰਾਹਮਣ ਸੀ, ਸਿੱਖੀ ਵਿੱਚ ਭਰੋਸਾ ਰੱਖਣ ਵਾਲੇ ਸੀ, ਪਰ ਹਲੇ ਉਹਨਾਂ ਦਾ ਮਨ ਵਰਨ ਵੰਡ ਵਿੱਚ ਸੀ। ਤੇ ਉਹ ਕਹਿੰਦੀ ਜੇਕਰ ਅਸੀਂ ਇਹਨੂੰ ਮੰਨ ਲਿਆ, ਕਹਿੰਦੇ ਫਿਰ ਅਸੀਂ ਆਪਣੀ ਜਾਤ ਬਿਰਾਦਰੀ 'ਚ ਵਿਚਰ ਨਹੀਂ ਸਕਾਂਗੇ। ਉਹਨਾਂ ਨੇ ਕੁਝ ਬਚਨ ਕਹੇ। ਤੇ ਉਦੋਂ ਇਹ ਜਦੋਂ ਦੋ ਧੜੇ ਬਣੇ ਤੇ ਇਹਨਾਂ ਦੋਨਾਂ ਧੜਿਆਂ ਨੇ ਆਪਸ ਦੇ ਵਿੱਚ ਵਾਦ ਵਿਵਾਦ ਹੋਇਆ। ਤੇ ਇੱਥੋਂ ਤੱਕ ਜਿਹੜੇ ਉਸ ਵੇਲੇ ਦੇ ਬ੍ਰਾਹਮਣ ਸਨ ਦਿੱਲੀ ਦੇ ਵਿੱਚ, ਉਹਨਾਂ ਨੇ ਸਿੰਘਾਂ ਦਾ ਬਾਇਕਾਟ ਕਰ ਦਿੱਤਾ। ਉਹਨਾਂ ਕਿਹਾ, ਕਹਿੰਦੇ ਅਸੀਂ ਇਹਨਾਂ ਨੂੰ ਦਿੱਲੀ ਦੇ ਵਿੱਚ ਨਾ ਦੁਕਾਨਾਂ ਖੋਲ੍ਹਣ ਦੇਵਾਂਗੇ, ਨਾ ਕੋਈ ਵਪਾਰ ਕਰਨ ਦੇਵਾਂਗੇ, ਕੋਈ ਕੰਮ ਨਹੀਂ ਅਸੀਂ ਇਹਨਾਂ ਨੂੰ ਕਰਨ ਦੇਣਾ। ਉੱਥੇ ਉਹ ਬਚਨ ਕਰਦੇ ਆ, ਜਦੋਂ ਗੁਰੂ ਸਾਹਿਬ ਜੀ ਨੇ ਅਨੰਦਪੁਰ ਦੀ ਧਰਤੀ ਤੇ ਰਹਿਤ ਦਿੱਤੀ ਨਾ ਪਿਆਰਿਓ, ਤੇ ਸਿੱਖਾਂ ਨੇ ਇੱਕ ਸਵਾਲ ਗੁਰੂ ਸਾਹਿਬ ਜੀ ਨੂੰ ਸੁਭਾਵਕ ਪੁੱਛਿਆ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਆਉਂਦਾ। ਉੱਥੇ ਉਹਨਾਂ ਜ਼ਿਕਰ ਕਿਹਾ, ਵਾਹਿਗੁਰੂ ਜੀ ਅੱਗੇ ਕਰ ਦਈਏ ਆਪਾਂ, ਨੈਕਸਟ ਸਲਾਈਡ ਕਰ ਦਿਓ, ਇੱਕ ਹੋਰ ਕਰ ਦਿਓ, ਅੱਗੇ ਕਰ ਦਿਓ, ਹਾਂਜੀ। ਉੱਥੇ ਉਹਨਾਂ ਨੇ ਬਚਨ ਕਿਹਾ, ਕਹਿੰਦੇ ਗੁਰੂ ਸਾਹਿਬ ਜੀ ਜਿਹੜੇ ਤੁਰਕ ਨੇ, ਜਦੋਂ ਉਹ ਹਮਲਾ ਕਰਦੇ ਆ ਤੇ ਉਹ ਹਿੰਦੂ ਇਸਤਰੀਆਂ ਨੂੰ ਚੁੱਕ ਕੇ ਲੈ ਜਾਂਦੇ ਆ, ਉਹਨਾਂ ਦੀ ਬੇਪੱਤੀ ਕਰਦੇ ਆ, ਬੜਾ ਕੁਝ ਮਾੜਾ ਕਰਦੇ ਆ। ਕਹਿੰਦੇ ਪਰ ਜਦੋਂ ਸਿੱਖ ਮੁਗਲਾਂ 'ਤੇ ਹਮਲਾ ਕਰਦੇ ਆ ਤੇ ਉਹ ਤੁਰਕਣੀਆਂ ਦਾ ਸੰਗ ਕਿਉਂ ਨਹੀਂ ਕਰ ਸਕਦੇ? ਇਹ ਸਵਾਲ ਉਹਨਾਂ ਪੁੱਛਿਆ। ਤੇ ਉੱਥੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜ਼ਿਕਰ ਆਉਂਦਾ, ਉਹਨਾਂ ਕਿਹਾ, ਕਹਿੰਦੇ ਪੁੰਨ ਸਿੰਘ ਬੂਝੇ ਗੁਰ ਖਾਨੀ, ਬਿੰਦਰ ਤੁਰਕ ਭੋਗੈ ਹਿੰਦਵਾਨੀ। ਉਹਨਾਂ ਕਿਹਾ ਸਿੱਖ ਬਦਲਾ ਲੈ ਭਨਾ ਜਨਾਏ, ਕਿਉਂ ਗੁਰੂ ਸ਼ਾਸਤਰ ਵਰਜ ਹਟਾਏ। ਕਹਿੰਦੇ ਗੁਰੂ ਸ਼ਾਸਤਰ ਸਾਨੂੰ ਕਿਉਂ ਮਨਾ ਕਰਦਾ ਹੈਗਾ ਕਿ ਅਸੀਂ ਤੁਰਕਣੀਆਂ ਦਾ ਸੰਗ ਨਹੀਂ ਕਰ ਸਕਦੇ? ਜੇ ਉਹ ਹਿੰਦਵਾਣੀਆਂ ਚੁੱਕ ਕੇ ਲੈ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਜਦੋਂ ਫਤਿਹ ਕਰਦੇ ਹਾਂ, ਅਸੀਂ ਕਿਉਂ ਨਹੀਂ ਤੁਰਕਣੀਆਂ ਦਾ ਸੰਗ ਕਰ ਸਕਦੇ? ਤੇ ਗੁਰੂ ਸਾਹਿਬ ਉੱਥੇ ਬਾਕਮਾਲ ਬਚਨ ਲਿਖਦੇ ਆ ਜੋ ਸਾਡੀ ਸਾਰਿਆਂ ਦੀ ਜ਼ਿੰਦਗੀ ਦੀ ਸੇਧ ਹੋਣੀ ਚਾਹੀਦੀ ਹੈ। ਮਹਾਰਾਜ ਨੇ ਬਚਨ ਕਿਹਾ, ਕਹਿੰਦੇ ਸੁਣ ਸਤਿਗੁਰ ਬੋਲੇ ਤਿਸ ਬੇਰੇ। ਕਵੀ ਸੰਤੋਖ ਸਿੰਘ ਲਿਖਦੇ, ਕਹਿੰਦੇ ਗੁਰੂ ਸਾਹਿਬ ਜੀ ਨੇ ਬਚਨ ਸੁਣ ਕੇ ਬਚਨ ਕਿਹਾ। ਕੀ ਕਿਹਾ? ਉਹਨਾਂ ਕਿਹਾ ਹਮਲੇ ਜਾਨੋ ਪੰਥ ਉਚੇਰੇ। ਕਹਿੰਦੇ ਅਸੀਂ ਪੰਥ ਨੂੰ ਉੱਚਾ ਲੈ ਕੇ ਜਾਣਾ ਹੈ। ਇਹ ਨਾ ਕਾਮ ਦੇ ਅਧੀਨ ਹੈ, ਨਾ ਕ੍ਰੋਧ ਦੇ, ਨਾ ਲੋਭ ਦੇ, ਨਾ ਮੋਹ ਦੇ, ਨਾ ਅਹੰਕਾਰ ਦੇ ਅਧੀਨ ਹੈ। ਸਿੱਖ ਨਾ ਤ੍ਰੈ ਗੁਣਾਂ ਦੇ ਵਿੱਚ ਵਿਚਰਦਾ ਹੈਗਾ। ਉਹਦਾ ਟੀਚਾ ਚੌਥਾ ਪਦ ਹੈ, ਤੁਰੀ ਅਵਸਥਾ ਹੈ, ਜਿੱਥੇ ਉਹ ਆਪਣਾ ਕਰਮ ਤੇ ਧਰਮ ਸਭ ਨਾਸ਼ ਕਰਕੇ ਕੇਵਲ ਇੱਕ ਨਾਮ ਦੇ ਰਸ ਵਿੱਚ ਆਪਣੀ ਸੁਰਤੀ ਨੂੰ ਟਿਕਾ ਕੇ ਨਾਮ 'ਚ ਵਿਲੀਨ ਹੋ ਜਾਂਦਾ। ਇਹ ਉਹਦੀ ਜ਼ਿੰਦਗੀ ਦੀ ਖੇਡ ਆ ਤੇ ਇਹਦੇ ਵਾਸਤੇ ਉਹਨੇ ਸੰਘਰਸ਼ ਕਰਨਾ। ਅਸੀਂ ਕੱਲ੍ਹ ਤੋਂ ਇਹ ਗੱਲ ਬਾਰ-ਬਾਰ ਕਹਿ ਰਹੇ ਹਾਂ ਕਿ ਜੋ ਚੀਜ਼ ਆਪਣੇ ਟੀਚੇ ਤੋਂ ਖਿੰਡਾਵੇ ਉਹ ਵਿਪਰ ਹੈ। ਤੇ ਸਭ ਤੋਂ ਵੱਡੀ ਗੱਲ ਜੋ ਅਸੀਂ ਅੱਜ ਕਰਨ ਲੱਗੇ ਹਾਂ ਉਹ ਹੈ ਸਾਡੀਆਂ ਕੌਮ ਦੀਆਂ ਸੰਪਰਦਾਵਾਂ, ਜਿਨ੍ਹਾਂ ਦਾ ਤਾਣਾ ਬਾਣਾ ਇੰਨਾ ਉਲਝ ਗਿਆ ਕਿ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਕੀਤਾ ਹੋਇਆ ਹਰ ਇੱਕ ਕਾਰਜ ਸਾਡੇ ਵਾਸਤੇ ਵਿਪਰ ਬਣ ਕੇ ਸਾਹਮਣੇ ਆਉਂਦਾ ਹੈਗਾ। ਜਿਹੜਾ ਟਕਸਾਲ ਦੇ ਵਿੱਚ ਵਿਚਰਦਾ ਵਿਦਿਆਰਥੀ ਆ ਉਹ ਅਖੰਡ ਕੀਰਤਨੀ ਜਥੇ 'ਚ ਨਹੀਂ ਜਾਂਦਾ ਹੈਗਾ।
ਜਿਹੜਾ ਅਖੰਡ ਕੀਰਤਨੀ ਜਥੇ ਦੇ ਸਮਾਗਮ 'ਤੇ ਜਾਂਦਾ ਹੈਗਾ ਉਹ ਨਿਹੰਗ ਸਿੰਘਾਂ ਦੇ ਨਾਲ ਨਹੀਂ ਵਿਚਰਦਾ ਹੈਗਾ, ਜਾਂ ਜਿਹੜਾ ਨਿਹੰਗ ਸਿੰਘਾਂ ਦੇ ਵਿੱਚ ਵਿਚਰਦਾ ਉਹ ਨਿਰਮਲੇ ਸਾਧੂਆਂ ਕੋਲ ਨਹੀਂ ਜਾਂਦਾ ਹੈਗਾ। ਕਿਉਂ? ਕਿਉਂਕਿ ਸਾਡੀ ਜਿਹੜੀ ਬੁੱਧ ਆ, ਸਾਡਾ ਜਿਹੜਾ ਮਨ ਹੈ, ਉਹ ਹਾਲੇ ਤ੍ਰੈ ਗੁਣਾਂ ਦੇ ਵਿੱਚ ਫਸਿਆ ਹੈਗਾ। ਅਸੀਂ ਜਾਂ ਰਜੋ ਦੇ ਵਿੱਚ ਵਿਚਰਦੇ ਹਾਂ, ਜਾਂ ਸਤੋ ਦੇ ਵਿੱਚ, ਜਾਂ ਤਮੋ ਦੇ ਵਿੱਚ ਵਿਚਰਦੇ ਹਾਂ। ਜਿਹੜੀਆਂ ਵੀ ਸੰਸਥਾਵਾਂ ਅਤੇ ਸੰਪਰਦਾਵਾਂ ਸੀਗੀਆਂ, ਉਹਨਾਂ ਦਾ ਇੱਕ ਟੀਚਾ ਸੀ ਜਿਸ ਕਾਰਨ ਵਾਸਤੇ ਉਹਨਾਂ ਸੰਪਰਦਾਵਾਂ ਨੂੰ ਬਣਾਇਆ ਗਿਆ। ਮੈਂ ਕਿਸੇ ਵੀ ਸੰਪਰਦਾ ਦਾ ਨਾਂ ਨਹੀਂ ਲੈਣਾ ਹੈਗਾ, ਪਰ ਹਰ ਇੱਕ ਸੰਪਰਦਾ ਦਾ ਇੱਕ ਕਾਰਜ ਹੈ, ਅਤੇ ਉਸ ਕਾਰਜ ਨੂੰ ਕਰਨ ਵਾਸਤੇ ਜੇ ਕੋਈ ਯਤਨਸ਼ੀਲ ਹੈ ਤੇ ਚੰਗੀ ਗੱਲ ਹੈ, ਪਰ ਜੇ ਉਹ ਆਪ ਜੀ ਦੇ ਸਾਹਮਣੇ ਇੱਕ ਭਰਮ ਪੈਦਾ ਕਰ ਰਿਹਾ ਕਿ ਜੋ ਮੇਰੇ ਸਾਹਮਣੇ ਹੈ ਕੇਵਲ ਇਹੀ ਸੱਚ ਹੈ, ਤੇ ਉਹ ਵਿਪਰ ਹੈ, ਉਹ ਝੂਠ ਹੈ, ਉਹ ਇੱਕ ਇਲਿਊਜ਼ਨ ਹੈ, ਉਹ ਮਾਇਆ ਆ। ਅਤੇ ਇਸੇ ਮਾਇਆ ਤੋਂ ਬਾਹਰ ਨਿਕਲਣ ਵਾਸਤੇ ਗੁਰੂ ਸਾਹਿਬ ਜੀ ਨੇ ਸਾਨੂੰ ਚੇਤਨ ਕੀਤਾ। ਪਰ ਉਸ ਭਰਮ ਤੋਂ ਨਿਕਲਿਆ ਕਿਵੇਂ ਜਾਵੇ? ਹੁਣ ਇਸ ਤਾਣੇ ਬਾਣੇ ਤੋਂ ਨਿਕਲਿਆ ਕਿਵੇਂ ਜਾਵੇ? ਜਦੋਂ ਸਤਿਗੁਰੂ ਸਾਹਿਬ ਜੀ ਬਚਨ ਕਰਦੇ, ਕਹਿੰਦੇ ਸਿੱਖੋ ਆਪਣੀ ਜ਼ਿੰਦਗੀ ਨੂੰ ਗੁਰੂ ਦੇ ਹੁਕਮਾਂ 'ਤੇ ਧਾਰਨ ਕਰੋ। ਜਿਹੜਾ ਸਿੱਖ ਗੁਰੂ ਦੇ ਹੁਕਮ 'ਤੇ ਤੁਰਦਾ ਹੈਗਾ ਨਾ, ਉਹਦੇ ਵਾਸਤੇ ਕੋਈ ਚੀਜ਼ ਇੰਨੀ ਔਖੀ ਨਹੀਂ ਗੀ। ਹੁਣ ਅਸੀਂ ਉਦਾਹਰਨ ਦੇ ਤੌਰ 'ਤੇ ਅਸੀਂ ਮੀਨਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਵੀ were trying to build the tallest tower। ਅਸੀਂ ਕਹਿ ਰਹੇ ਸੀਗੇ ਕਿ ਸਾਡੀ ਮੀਨਾਰ ਸਭ ਤੋਂ ਉੱਚੀ ਹੋਵੇ। ਸਾਡੇ ਪੰਥ ਦੀਆਂ ਸੰਸਥਾਵਾਂ ਵੀ ਇਸੇ ਕਾਰਜ 'ਚ ਲੱਗੀਆਂ। ਮੇਰੀ ਸਰ ਬੁਲੰਦੀ ਹੋਵੇ, ਮੇਰੀ ਸੰਪਰਦਾ, ਮੇਰੀ ਸੰਸਥਾ ਦੇ ਕਾਰਜ ਸਭ ਤੋਂ ਉੱਚਾ ਹੋਵੇ। ਪਰ ਕਿੰਨਾ ਚੰਗਾ ਹੁੰਦਾ ਜੇ ਆ 30 ਤੇ 40 ਵਿਦਿਆਰਥੀ ਇੱਥੇ ਬੈਠੇ ਆ ਤੇ ਕਹਿੰਦੇ ਨਹੀਂ ਅਸੀਂ 5 ਮੀਨਾਰਾਂ ਨਹੀਂ ਬਣਾਉਣੀਆਂ, ਅਸੀਂ ਇੱਕੋ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣਾ ਹੈਗਾ। ਅਸੀਂ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਉਸ ਪੰਥ ਦੀ ਸਰਬੁਲੰਦੀ ਵਾਸਤੇ, ਜਿੱਦਾਂ ਮੀਨਾਰ ਚਿਣੀ ਜਾਂਦੀ ਉਹਦੇ ਵਿੱਚ ਇੱਟਾਂ ਲੱਗਦੀਆਂ ਨਾ, ਉਹ ਇੱਕ ਇੱਕ ਸਿੱਖ ਦਾ ਕਿਰਦਾਰ ਉਸ ਮੀਨਾਰ ਦੀਆਂ ਇੱਟਾਂ 'ਚ ਕਿਉਂ ਨਾ ਲੱਗੇ? ਜੇ ਲੱਗ ਸਕਦਾ ਤੇ ਇਹੀ ਲੱਗ ਸਕਦਾ, ਇਹ ਮੀਨਾਰ ਹੋਰ ਕਿਸੇ ਚੀਜ਼ ਦੀ ਬਣ ਨਹੀਂ ਸਕਦੀ। ਜਦੋਂ ਲੱਗਦਾ ਸਿੱਖੀ ਦੀ ਮੀਨਾਰ ਗਾਰੇ ਤੇ ਇੱਟਾਂ ਦੀ ਬਣੀ ਆ, ਤੇ ਸਭ ਤੋਂ ਵੱਡਾ ਭਰਮ ਹੈ ਸਾਡੇ। ਸ੍ਰੀ ਅਕਾਲ ਤਖ਼ਤ ਸਾਹਿਬ ਗਾਰੇ ਤੇ ਇੱਟਾਂ ਦਾ ਨਹੀਂ ਬਣਿਆ, ਉਹ ਸਿੱਖਾਂ ਦੀ ਅਣਖੋ ਗੈਰਤ ਦਾ ਬਣਿਆ। ਜਿਸ ਦਿਨ ਸਿੱਖਾਂ ਦੀ ਅਣਖ ਤੇ ਗੈਰਤ ਮਰ ਗਈ, ਉਸ ਦਿਨ ਅਕਾਲ ਤਖ਼ਤ ਤਹਿ ਢੇਰੀ ਹੈ। ਮੈਂ ਬੜਾ ਵੱਡਾ ਸ਼ਬਦ ਵਰਤ ਰਿਹਾ, ਪਰ ਇਹ ਸੱਚ ਹੈ। ਕਿਉਂ? ਕਿਉਂਕਿ ਜਿਹਦੀ ਅਣਖ ਮਰ ਗਈ, ਜਿਹਦੀ ਜੀਵਨ ਜਾਚ ਮਰ ਗਈ, ਜਿਹਦਾ ਕਿਰਦਾਰ ਮਰ ਗਿਆ, ਉਹ ਸਰੀਰਕ ਤੌਰ 'ਤੇ ਤੁਰਦੀ ਫਿਰਦੀ ਲਾਸ਼ ਹੈ ਬਸ। ਅਤੇ ਉਦੋਂ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਸੀਗਾ ਕਿ ਉਹਨਾਂ ਦੇ ਵਿੱਚ ਆਪਸੀ ਮਤਭੇਦ ਹੋਇਆ, ਅਤੇ ਉਹਨਾਂ ਨੇ ਇੱਕ ਬਚਨ ਕਿਹਾ, ਕਹਿੰਦੇ ਅਸੀਂ ਸਿੰਘਾਂ ਨੂੰ ਵਰਤਣ ਨਹੀਂ ਦੇਣਾ, ਅਸੀਂ ਬਾਈਕਾਟ ਕਰ ਦੇਣਾ। ਅਤੇ ਇੱਥੇ ਕਵੀ ਸੈਨਾਪਤ ਇੱਕ ਬੜੀ ਬਾਕਮਾਲ ਗੱਲ ਲਿਖਦਾ ਆ। ਉਹਨੇ ਕਿਹਾ, ਕਹਿੰਦੇ ਮਿਲ ਪੰਚਨ ਕੀਨੋ ਮਤਾ ਧਰੀਏ ਸੰਗ ਅਪਾਰ। ਕਹਿੰਦੇ ਪੰਚਾਂ ਨੇ ਮਤਾ ਕੀਤਾ। ਕੀ ਮਤਾ ਕੀਤਾ? ਕਿ ਸਿੰਘਾਂ ਨੂੰ ਇੱਕ ਪਾਸੇ ਰਹਿ ਲੈਣ ਦਿਓ, ਅਸੀਂ ਦੂਜੇ ਪਾਸੇ ਧੜਾ ਬਣਾ ਲੈਂਦੇ। ਤੇ ਕਵੀ ਸੈਨਾਪਤ ਇੱਕ ਗੱਲ ਲਿਖਦੇ, ਕਹਿੰਦੇ ਏਕ ਔਰ ਭਇਓ ਖਾਲਸਾ, ਏਕ ਔਰ ਸੰਸਾਰ। ਕਿ ਇੱਕ ਪਾਸੇ ਸਿੱਖ ਆ ਤੇ ਦੂਜੇ ਪਾਸੇ ਸਾਰਾ ਸੰਸਾਰ ਹੈ। ਬਸ ਇਹੀ ਸਾਡੀ ਜੀਵਨ ਦੀ ਖੇਡ ਹੈ। ਕੱਲ੍ਹ ਵੀ ਅਸੀਂ ਇਸ ਬਾਰੇ ਬਾਰ-ਬਾਰ ਗੱਲ ਕਰ ਰਹੇ ਸੀ, that we want to please the world। ਅਸੀਂ ਸੰਸਾਰ ਵਰਗਾ ਦੇਖਣਾ ਚਾਹੁੰਦੇ ਹਾਂ, ਅਸੀਂ ਸੰਸਾਰ ਵਰਗੀ ਬੋਲੀ ਚਾਹੁੰਦੇ ਹਾਂ, ਅਸੀਂ ਸੰਸਾਰ ਵਰਗਾ ਰੂਪ ਚਾਹੁੰਦੇ ਹਾਂ। we want to be accepted in the society। ਪਰ ਕਵੀ ਸੈਨਾਪਤ ਕਹਿੰਦੇ ਨਹੀਂ, ਕਹਿੰਦੇ ਇੱਕ ਪਾਸੇ ਖਾਲਸਾ ਆ ਤੇ ਦੂਜੇ ਪਾਸੇ ਸਾਰਾ ਸੰਸਾਰ ਹੈ। ਕੇਵਲ ਕਵੀ ਸੈਨਾਪਤ ਨਹੀਂ ਕਹਿ ਰਹੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ। ਮਹਾਰਾਜ ਨੇ ਕਿਹਾ, ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਏ। ਜਿਹੜੇ ਭਗਤ ਜਨ ਨੇ, ਜਿਹੜੇ ਗੁਰਸਿੱਖ ਨੇ, ਜਿਹੜੇ ਗੁਰੂ ਕਾ ਖਾਲਸੇ ਤੋਂ ਵਾਹਿਗੁਰੂ ਜੀ ਕਾ ਖਾਲਸੇ ਤੱਕ ਤੁਰੇ ਆ, ਉਹਨਾਂ ਦੇ ਤੇ ਸੰਸਾਰ ਦੀ ਜੋੜ ਮੇਲ ਆਉਣਾ ਹੀ ਕੋਈ ਨਹੀਂ। ਪਰ ਹੁਣ ਜਿੰਨੀਆਂ ਸੰਪਰਦਾਵਾਂ ਨੇ,
ਉਹਨਾਂ ਨੇ ਇੱਕ ਭਰਮ ਪੈਦਾ ਕੀਤਾ। ਮੈਂ ਕੋਈ ਸੰਪਰਦਾਵਾਂ ਦੇ ਅਗੇਂਸਟ ਨਹੀਂ, ਸਾਰੀਆਂ ਸਤਿਕਾਰਯੋਗ ਸੰਪਰਦਾਵਾਂ ਨੇ, ਉਹਨਾਂ ਨੇ ਸਾਡੇ ਪੰਥ ਨੂੰ ਬਾ ਕਮਾਲ ਹੀਰੇ ਦਿੱਤੇ ਆ, ਜਿਨ੍ਹਾਂ ਨੇ ਆਪਣੇ ਜੀਵਨ ਤੋਂ ਲੈ ਕੇ ਆਪਣੇ ਅੰਤਮ ਸਵਾਸ ਤੱਕ ਪੰਥ ਤੇ ਕੌਮ ਨੂੰ ਦਿੱਤੇ ਆ। ਪਰ ਮੈਂ ਉਹਨਾਂ ਬਾਬਤ ਗੱਲ ਨਹੀਂ ਕਰ ਰਿਹਾ, ਮੈਂ ਉਹਨਾਂ ਬਾਬਤ ਗੱਲ ਕਰ ਰਿਹਾ ਜਿਹੜਾ ਇਹਨਾਂ ਸੰਪਰਦਾਵਾਂ 'ਚ ਰਹਿ ਕੇ ਇਸ ਭਰਮ ਵਿੱਚ ਨੇ ਕਿ ਇਹੀ ਸੰਪਰਦਾਵਾ ਸੱਚ ਕਹਿੰਦੀ ਹੈ। ਮੈਂ ਆਪ ਜੀ ਨੂੰ ਕੁਝ ਉਦਾਹਰਨ ਦੇਣੇ ਆ ਬਾਣੀ ਵਿੱਚੋਂ। ਆਪਾਂ ਅੱਗੇ ਕਰੀਏ, ਥੋੜ੍ਹਾ ਜਿਹਾ ਅੱਗੇ ਕਰੋ। ਹਾਂਜੀ ਅੱਗੇ ਕਰੋ। ਆ ਦੇਖਿਆ ਕਦੇ? ਇਹ ਦੇਖਿਆ ਕਦੇ? ਕਿਹਨੇ ਕਿਹਨੇ ਦੇਖਿਆ ਹੈਗਾ? ਇਹਨੂੰ ਕੀ ਕਹਿੰਦੇ ਆ? ਉੱਚੀ ਬੋਲੋ ਥੋੜ੍ਹਾ ਜਿਹਾ। ਹਾਂਜੀ, ਡੱਡੂ ਕਹਿੰਦੇ। ਕੀ ਕਿੱਥੇ ਰਹਿੰਦਾ ਹੈਗਾ? ਪਾਣੀ 'ਚ ਰਹਿੰਦਾ। ਪਰ ਇਹਦਾ ਇੱਕ ਘਰ ਆ, ਇਹ ਉਸ ਘਰ ਤੋਂ ਬਾਹਰ ਨਹੀਂ ਜਾਂਦਾ ਹੈਗਾ, ਇਹ ਇਸੇ ਪਾਣੀ ਦੇ ਵਿੱਚ ਰਹਿੰਦਾ। ਕਦੇ ਤਲਾਅ ਦੇਖਿਆ ਕਿਸੇ ਨੇ? ਇਸੇ ਤਲਾਅ 'ਚ ਰਹਿੰਦਾ। ਇਹ ਮੈਂ ਨਹੀਂ ਬਚਨ ਕਰ ਰਿਹਾ ਹੈਗਾ, ਮੈਨੂੰ ਮਾफ़ ਕਰਿਓ, ਇਹ ਸਿਰਫ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ। ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਇਸ ਡੱਡੂ ਨਾਲ ਗੱਲ ਕਰਦੇ ਆ ਅਤੇ ਉਹਨੂੰ ਬਚਨ ਕਰਦੇ, ਕਹਿੰਦੇ ਇਹ ਦਾਦਰ, ਉਹਨੂੰ ਦਾਦਰ ਸ਼ਬਦ ਮਹਾਰਾਜ ਜੀ ਨੇ ਵਰਤਿਆ। ਅਤੇ ਮਹਾਰਾਜ ਨੇ ਕਿਹਾ, ਕਹਿੰਦੇ ਇਹਨੂੰ ਇਹਦੇ ਨਾਲ ਜਦੋਂ ਗੱਲ ਕਰਦੇ ਨਾ ਮਹਾਰਾਜ ਕਹਿੰਦੇ ਤੇਰਾ ਜੀਵਨ ਕਿਹੋ ਜਿਹਾ? ਕਹਿੰਦੇ ਆਪਣੇ ਜੀਵਨ ਵੱਲ ਝਾਤ ਮਾਰ ਕੇ ਦੇਖ, ਤੂੰ ਇਸੇ ਤਲਾਬ ਵਿੱਚ ਪੈਦਾ ਹੋਇਆ ਅਤੇ ਇੱਕ ਦਿਨ ਇਸੇ ਤਲਾਬ 'ਚ ਚੜ੍ਹਾਈ ਕਰ ਜਾਵੇਗਾ। ਤੇਰੀ ਜ਼ਿੰਦਗੀ ਦੇ ਵਿੱਚ ਤੂੰ ਚਾਨਣ ਦੇਖਿਆ ਹੀ ਕਦੇ, ਸੱਚ ਦੀ ਰੋਸ਼ਨੀ ਕਦੇ ਦੇਖੀ ਨਹੀਂ ਗੀ। ਪਰ ਇਸੇ ਹਨੇਰਗਰਦੀ ਦੇ ਵਿੱਚ ਉਹ ਕੀ ਖਾਂਦਾ ਹੈਗਾ? ਉਸ ਨੂੰ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੇ, ਕਹਿੰਦੇ ਕੀ ਖਾਂਦਾ ਹੈਗਾ? ਉਸ ਨਿਰਮਲ ਜਲ ਦੇ ਵਿੱਚ ਜਿਹੜੀ ਕਾਈ ਹੁੰਦੀ ਹੈ ਨਾ, ਜਿਹਨੂੰ ਆਪਾਂ ਸਮਝਦੇ ਹਾਂ ਅਲ, ਉਹ ਖਾਂਦਾ ਹੈਗਾ। ਪਰ ਉਹ ਖਾ ਕੇ ਹੀ ਸੋਚਦਾ ਬਸ ਇਹੀ ਸੰਪੂਰਨ ਸੱਚ ਹੈ, ਜੋ ਮੈਂ ਦੇਖਿਆ, ਹੰਢਾਇਆ, ਕਮਾਇਆ, ਬਸ ਇਹੀ ਸੱਚ ਹੈ। ਆਪਾਂ ਅੱਗੇ ਕਰੀਏ। ਗੁਰੂ ਸਾਹਿਬ ਜੀ ਨੇ ਬਚਨ ਕਿਹਾ, ਕਹਿੰਦੇ ਦਾਦਰ ਤੂੰ ਕਬਹਿ ਨਾ ਜਾਣ ਸਰੇ, ਕਹਿੰਦੇ ਬਖਸ਼ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖ ਸਰੇ। ਕਹਿੰਦੇ ਤੂੰ ਨਿਰਮਲ ਜਲ ਦੇ ਵਿੱਚ ਰਹਿ ਕੇ ਵੀ ਉਸ ਨਿਰਮਲ ਜਲ ਦੀ ਅਨੁਭੂਤੀ ਤੈਨੂੰ ਕੋਈ ਨਹੀਂ ਗੀ। ਤੇਰਾ ਭੋਜਨ ਕੇਵਲ ਉਸ ਬਿੱਖ ਨੂੰ ਖਾਣਾ ਆ ਜੋ ਉਸ ਬਿੱਖ ਦੇ ਵਿੱਚ ਹੈ। ਹੁਣ ਇਹਨੂੰ ਆਪਾਂ ਉਦਾਹਰਨ ਨੂੰ ਸਮਝੀਏ। ਜਿਹੜੀਆਂ ਸੰਪਰਦਾਵਾਂ ਦੇ ਵਿੱਚ ਰਹਿਣ ਵਾਲੇ ਗੁਰਸਿੱਖ ਅਭਿਆਸੀ ਆ ਅਤੇ ਉਹਨਾਂ ਸੰਪਰਦਾਵਾਂ ਦੀ ਮਿੱਥੇ ਹੋਈ ਟੀਚੇ ਦੀ ਕਮਾਈ ਕਰਦੇ ਆ, ਉਸ ਨਿਰਮਲ ਜਲ ਅੰਮ੍ਰਿਤ ਰਸ ਨੂੰ ਪੀਂਦੇ ਆ, ਅਤੇ ਜਿਹੜੇ ਉਹਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਹੰਕਾਰੀ ਹੋ ਜਾਂਦੇ, ਉਸ ਡੱਡੂ ਤੋਂ ਵੱਧ ਹੋਰ ਕੋਈ ਨਹੀਂ। ਮੈਂ ਮਹਾਰਾਜ ਜੀ ਹਜ਼ੂਰੀ ਇਹ ਗੱਲ ਕਹਿ ਰਿਹਾ। ਕਿਉਂ? ਕਿਉਂਕਿ ਉਸ ਡੱਡੂ ਵਾਸਤੇ ਜ਼ਿੰਦਗੀ ਦਾ ਸਾਧਨ ਅੰਮ੍ਰਿਤ ਜਲ ਨਹੀਂ ਹੈ, ਉਹਦਾ ਟੀਚਾ ਅੰਮ੍ਰਿਤ ਜਲ ਨਹੀਂ ਹੈ। ਉਹਦਾ ਭੋਜਨ ਉਸ ਕਾਈ ਨੂੰ ਖਾਣਾ ਹੈਗਾ, ਬਸ ਉਹੀ ਉਹਦੇ ਜੀਵਨ ਦਾ ਮਨੋਰਥ ਹੈ। ਉਹ ਇਸੇ ਵਾਸਤੇ ਸੰਸਾਰ 'ਤੇ ਆਇਆ। ਅਤੇ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ, ਸਾਨੂੰ ਚੁਣਨਾ ਪਵੇਗਾ ਅਸੀਂ ਕਿਹੜੇ ਪਾਸੇ ਜਾਣਾ ਹੈਗਾ। ਅਸੀਂ ਇਸ ਪਾਸੇ ਜਾਣਾ ਕਿ ਉਸ ਪਾਸੇ ਜਾਣਾ ਹੈਗਾ? ਅੱਗੇ ਚੱਲੀਏ। ਇਹਨੂੰ ਦੇਖਿਆ ਕਦੇ ਦੇਖਿਆ ਹੈਗਾ? ਇਹ ਕੀ ਹੈ? ਇਹਨੂੰ ਕੀ ਕਹਿੰਦੇ ਆ? ਕਮਲ ਦਾ ਫੁੱਲ। ਕਿੱਥੇ ਹੁੰਦਾ ਹੈਗਾ? ਹਾਂਜੀ, ਚਿੱਕੜ ਦੇ ਵਿੱਚ ਹੁੰਦਾ ਹੈਗਾ। ਪਰ ਉਸ ਚਿੱਕੜ ਦੇ ਵਿੱਚ ਰਹਿ ਕੇ ਵੀ ਕਮਲ ਖਿੜਦਾ ਕਿਵੇਂ ਹੈ? ਕਦੇ ਸੋਚਣ ਦੀ ਕੋਸ਼ਿਸ਼ ਕੀਤੀ? ਭਾਈ ਵੀਰ ਸਿੰਘ ਬੜੀ ਪਿਆਰ ਨਾਲ ਉਦਾਹਰਨਾਂ ਦਿੰਦੇ ਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਸਿੱਧਗੋਸ਼ ਦੀ ਬਾਣੀ ਦੇ ਵਿੱਚ ਜਦੋਂ ਚਰਪਟ ਪੁੱਛਦਾ ਗੁਰੂ ਨਾਨਕ ਸਾਹਿਬ ਜੀ ਨੂੰ, ਕਹਿੰਦੇ ਮੈਨੂੰ ਦੱਸੋ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਇਹ ਸੰਸਾਰ ਮਾਇਆ ਦਾ ਪਸਾਰਾ ਹੈ, ਇਹਦੇ ਵਿੱਚ ਇੰਨਾ ਕੁ ਦਵੈਸ਼ ਭਰਿਆ, ਇੰਨੀ ਕੁ ਮੈਲ ਭਰੀ ਆ ਕਿ ਇਸ ਸੰਸਾਰ ਸਾਗਰ ਤੋਂ ਪਾਰ ਲੰਘਣਾ ਬੜਾ ਔਖਾ ਹੈਗਾ। ਕਿਵੇਂ ਇਸ ਸੰਸਾਰ ਤੋਂ ਪਾਰ ਲੰਘਿਆ ਜਾਵੇ? ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਔਧੂ ਨਾਨਕ ਦਿਓ ਸੱਚਾ ਵਿਚਾਰੋ। ਕਹਿੰਦੇ ਮੈਨੂੰ ਵਿਚਾਰ ਦੱਸੋ ਕਿ ਕੀ ਕਰੀਏ। ਤੇ ਗੁਰੂ ਨਾਨਕ ਸਾਹਿਬ ਉਦੋਂ ਬਚਨ ਕਰਦੇ, ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ
ਨਹਿਸਾਨ ਹੈ। ਉੱਥੇ ਮਹਾਰਾਜ ਕਹਿੰਦੇ ਦੇਖੋ ਇਸ ਕਮਲ ਦੇ ਫੁੱਲ ਨੂੰ, ਧਿਆਨ ਨਾਲ ਦੇਖੋ ਇਸ ਕਮਲ ਦੇ ਫੁੱਲ ਨੂੰ। ਇਸ ਕਮਲ ਦੇ ਫੁੱਲ ਨੇ ਕਿਚੜ 'ਚ ਰਹਿ ਕੇ ਵੀ ਆਪਣੀ ਹੋਂਦ ਨੂੰ ਤਿਆਗਿਆ ਨਹੀਂਗਾ। ਕਿਉਂ? ਕਿਉਂਕਿ ਇਹਦੀ ਬਿਰਤੀ ਉਸ ਸੂਰਜ ਦੇ ਵਿੱਚ ਆ। ਤੁਸੀਂ ਕਦੇ ਦੇਖੋ ਰਾਤ ਨੂੰ ਕਮਲ ਦਾ ਫੁੱਲ ਮੁਰਝਾ ਜਾਂਦਾ ਹੈਗਾ, ਮੁਰਝਾ ਜਾਂਦਾ ਨਾ, ਪਰ ਉਹਦਾ ਪ੍ਰੇਮ ਉਸ ਕਮਲ ਦੇ ਫੁੱਲ ਦਾ ਪ੍ਰੇਮ ਉਸ ਸੂਰਜ ਦੇ ਨਾਲ ਹੈ, ਉਸ ਚਿੱਕੜ ਦੇ ਨਾਲ ਨਹੀਂਗਾ। ਕਿਉਂ? ਕਿਉਂਕਿ ਉਹਨੂੰ ਪਤਾ ਉਹਨੂੰ ਊਰਜਾ ਕਿੱਥੋਂ ਮਿਲ ਰਹੀ ਹੈ। ਪਰ ਇੱਥੇ ਦੋ ਨੁਕਤੇ ਬੜੇ ਅਹਿਮ ਤੇ ਕੀਮਤੀ ਨੇ। ਪਹਿਲਾ ਕਿ ਕਿਚੜ ਤੋਂ ਬਿਨਾਂ ਕਮਲ ਵੀ ਨਹੀਂ ਹੋ ਸਕਦਾ। ਸੰਪਰਦਾਵਾਂ ਨੂੰ ਕਿਚੜ ਨਹੀਂ ਕਹਿ ਰਹੇ ਆਪਾਂ, ਪਰ ਇਹ ਚੀਜ਼ ਧਿਆਨ ਰੱਖੀਏ ਕਿ ਇੱਕ ਤਾਣਾ ਬਾਣਾ ਜ਼ਰੂਰ ਹੋਣਾ ਚਾਹੀਦਾ ਜਿਹਦੇ ਵਿੱਚੋਂ ਫੁੱਲ ਪੈਦਾ ਹੁੰਦੇ ਆ। ਔਰ ਇਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਸਾਡਾ ਟੀਚਾ ਸੂਰਜ ਹੋਣਾ ਚਾਹੀਦਾ, ਜਿਹਦੇ ਕਰਕੇ ਅਸੀਂ ਖਿੜਦੇ ਹਾਂ। ਉਦਾਹਰਨ ਦੇ ਤੌਰ ਤੇ ਉਸ ਚਿੱਕੜ ਨੇ ਕਮਲ ਨੂੰ ਪੈਦਾ ਤੇ ਕਰ ਦਿੱਤਾ, ਪਰ ਉਹਦਾ ਮਨੋਰਥ ਸੂਰਜ ਨਹੀਂ ਹੈ, ਜਾਂ ਉਹ ਸੂਰਜ ਦੀ ਰੋਸ਼ਨੀ ਦੇ ਵਿੱਚ ਨਹੀਂ ਗਾ, ਤੇ ਉਹ 2 ਦਿਨ ਖਿੜੇਗਾ, ਉਸ ਤੋਂ ਬਾਅਦ ਮੁਰਝਾ ਜਾਵੇਗਾ ਤੇ ਫਿਰ ਕਦੇ ਨਹੀਂ ਖਿੜੇਗਾ। ਸਮਝਣਯੋਗ ਗੱਲ ਸਭ ਤੋਂ ਮੁੱਢਲੀ ਇਹ ਕਿ ਜ਼ਿੰਦਗੀ ਵਿੱਚ ਮਨੋਰਥ ਸੂਰਜ ਹੋਣਾ ਚਾਹੀਦਾ। ਜਿਨ੍ਹਾਂ ਦਾ ਮਨੋਰਥ ਚਿੱਕੜ ਆ ਉਹ ਚਿੱਕੜ ਦੇ ਵਿੱਚ ਡੱਡੂ ਦੀ ਤਰ੍ਹਾਂ ਹੀ ਰਹਿਣਗੇ, ਤੇ ਜਿਨ੍ਹਾਂ ਦਾ ਮਨੋਰਥ ਸੂਰਜ ਹੈ ਉਹ ਕਮਲ ਦੇ ਵਾਂਗੂ ਉਸ ਚਿੱਕੜ ਦੇ ਵਿੱਚ ਵੀ ਖਿਲਣਗੇ। ਤੀਸਰੀ ਬੜੀ ਵੱਡੀ ਉਦਾਹਰਨ ਮਹਾਰਾਜ ਨੇ ਅੱਗੇ ਕਰੀਏ ਸ਼ਬਦ ਬਚਨ। ਮਹਾਰਾਜ ਨੇ ਕਿਹਾ ਬਿਮਲ ਮਝਾਰ ਬਸ ਨਿਰਮਲ ਜਲ, ਪਦਮ ਨਜਾਵਲ ਰੇ, ਪਦਮ ਨਜਾਵਲ ਜਸ ਰਸ ਸੰਗਤ ਸੰਗ ਦੇਖ ਨਹੀਂ ਰੇ। ਕਹਿੰਦੇ ਤੂੰ ਉਸ ਕਮਲ ਦੇ ਫੁੱਲ ਨੂੰ ਦੇਖ। ਮਹਾਰਾਜ ਡੱਡੂ ਨੂੰ ਕਹਿੰਦੇ ਆ, ਕਹਿੰਦੇ ਤੂੰ ਦੇਖ ਇਸ ਕਮਲ ਦੇ ਫੁੱਲ ਨੂੰ। ਕਹਿੰਦੇ ਜਿਸ ਤਲਾਅ ਦੇ ਵਿੱਚ ਕਮਲ ਦਾ ਫੁੱਲ ਆ ਉਸੇ ਤਲਾਅ ਵਿੱਚ ਡੱਡੂ ਆ, ਪਰ ਦੋਨਾਂ ਦਾ ਭੋਜਨ ਵੱਖਰਾ ਆ, ਦੋਨਾਂ ਦਾ ਟੀਚਾ ਵੱਖਰਾ ਹੈ, ਦੋਨਾਂ ਦਾ ਮਨੋਰਥ ਵੱਖਰਾ ਹੈਗਾ, ਔਰ ਦੋਨਾਂ ਦੀ ਜ਼ਿੰਦਗੀ ਨੂੰ ਪਰਸੀਵ ਕਰਨ ਦੀ ਸਮਰੱਥਾ ਵੱਖਰੀ ਆ। ਦੋਨਾਂ ਦੀ ਸੋਚ ਤੇ ਬਿਰਤੀਆਂ ਵੱਖਰੀਆਂ, ਦੋਨਾਂ ਦਾ ਸਿਧਾਂਤ ਵੱਖਰਾ ਹੈਗਾ, ਦੋਨਾਂ ਦੀ ਹੈਬਿਟਸ ਵੱਖਰੀਆਂ ਨੇ, ਆਦਤਾਂ ਵੱਖਰੀਆਂ ਨੇ, ਤੇ ਉਹਨਾਂ ਟੀਚਿਆਂ ਨੂੰ ਹਾਸਲ ਕਰਨ ਵਾਸਤੇ ਉਹ ਯਤਨਸ਼ੀਲ ਨੇ। ਜਿਹੜਾ ਡੱਡੂ ਆ ਉਹ ਬੜਾ ਯਤਨ ਕਰਦਾ ਹੈਗਾ, ਕਦੇ ਕਿਸੇ ਥਾਂ ਕਦੇ ਕਿਸੇ ਥਾਂ ਕਿ ਕਿਤੋਂ ਇੱਧਰੋਂ ਤਲਾਅ ਦੇ ਵਿੱਚੋਂ ਭੋਜਨ ਮਿਲ ਜਾਵੇ, ਉੱਧਰੋਂ ਭੋਜਨ ਮਿਲ ਜਾਵੇ, ਉਹਦਾ ਮਨੋਰਥ ਹੈ ਹੀ ਹੈ। ਅਤੇ ਤੁਸੀਂ ਕਦੇ ਕਮਲ ਨੂੰ ਦੇਖੋਗੇ ਜਦੋਂ ਸੂਰਜ ਅਸਤ ਹੋ ਰਿਹਾ ਹੁੰਦਾ ਨਾ, ਅਤੇ ਕਮਲ ਵੀ ਮਾੜਾ ਜਿਹਾ ਹਿਲਦਾ ਆ ਉਹਦੀ ਡਾਇਰੈਕਸ਼ਨ ਵੱਲ ਨੂੰ। ਸੂਰਜਮੁਖੀ ਦੀ ਤਰ੍ਹਾਂ ਨਹੀਂ ਹਿਲਦਾ, ਪਰ ਥੋੜ੍ਹਾ ਜਿਹਾ ਹਿਲਦਾ ਜ਼ਰੂਰ ਆ। ਕਿਉਂ? ਕਿਉਂਕਿ ਉਹ ਲਾਸਟ ਤੱਕ ਕੋਸ਼ਿਸ਼ ਕਰਦਾ ਹੈਗਾ ਕਿ ਅੱਜ ਰਾਤ ਤੋਂ ਪਹਿਲਾਂ ਜਿੰਨੀ ਕੁ ਸਮਰੱਥਾ ਮੈਂ ਉਹਦੇ ਅਨੁਸਾਰ ਮੈਂ ਐਨਰਜੀ ਲੈ ਸਕਾਂ। ਤੀਸਰਾ ਉਦਾਹਰਨ ਗੁਰੂ ਸਾਹਿਬ ਦਿੰਦੇ ਆ। ਇਹ ਕਦੇ ਦੇਖਿਆ ਹੈਗਾ ਕਿਸੇ ਨੇ? ਇਹਨੂੰ ਕੀ ਕਹਿੰਦੇ ਆ? ਮੱਖੀ ਆ। ਇੱਕ ਤਾਂ ਸਾਡੀ ਭਾਸ਼ਾ ਦੀ ਗਿਰਾਵਟ ਹੀ ਨਹੀਂ, ਇਹ ਮੱਖੀ ਹੈ, ਇਹ ਭੌਰਾ ਨਹੀਂ ਗਾ ਜੀ। ਇਹਨੂੰ ਕੀ ਕਹਿੰਦੇ ਆ? ਇਹ ਮਧੂਮੱਖੀ ਵੀ ਨਹੀਂ ਗੀ। ਇਹ ਕੀ ਆ? ਤੁਸੀਂ ਕੀ ਕਿਹਾ? ਇਹਨੂੰ ਕਹਿੰਦੇ ਅਲ। ਅਲ ਕੀ ਆ? ਜਿਹਨੂੰ ਅੰਗਰੇਜ਼ੀ ਵਿੱਚ ਬੰਬਲ ਬੀ ਕਹਿੰਦੇ ਆ। ਕਿ ਦੇਖੀ ਆ? ਕੋਈ ਦੱਸ ਸਕਦਾ ਕਿ ਹਨੀ ਬੀ ਤੇ ਬੰਬਲ ਬੀ 'ਚ ਕੀ ਫਰਕ ਹੈ? ਸ਼ਹਿਦ ਵਾਲੀ ਮੱਖੀ ਤੇ ਅਲ ਦੇ ਵਿੱਚ ਕੀ ਫਰਕ ਹੈ? ਦੋਨੋਂ ਸ਼ਹਿਦ ਇਕੱਠਾ ਕਰਦੀਆਂ, ਰਸ ਇਕੱਠਾ ਕਰਦੀਆਂ ਨਹੀਂ। ਦੋਨਾਂ ਦੇ ਵਿੱਚ ਮੁੱਢਲਾ ਅੰਤਰ ਇਹ ਆ, ਸ਼ਹਿਦ ਵਾਲੀ ਮੱਖੀ ਜਦੋਂ ਫੁੱਲ 'ਤੇ ਬੈਠ ਕੇ ਰਸ ਚੁੰਘਦੀ ਆ ਤੇ ਉਹ ਆਪਣੇ ਘਰ ਜਾ ਕੇ ਉਸ ਸ਼ਹਿਦ ਨੂੰ ਬਣਾਉਂਦੀ ਆ ਆਪ। ਪਰ ਜਿਹੜੀ ਬੰਬਲ ਬੀ ਆ, ਜਿਹੜਾ ਅਲ ਹੈ, ਇਹ ਆਪਣੇ ਘਰ ਜਾ ਕੇ ਸ਼ਹਿਦ ਨਹੀਂ ਬਣਾਉਂਦਾ, ਇਹਦਾ ਰਸ ਪਿਆ ਪਿਆ ਹੀ ਸ਼ਹਿਦ ਬਣ ਜਾਂਦਾ ਹੈ। ਦੋਨਾਂ ਦੇ ਵਿੱਚ ਮੁੱਢਲਾ ਅੰਤਰ ਇਹ ਹੈ। ਗੁਰੂ ਸਾਹਿਬ ਉਦਾਹਰਨ ਦਿੰਦੇ, ਕਹਿੰਦੇ ਇਸ ਅਲ ਨੂੰ ਦੇਖੋ। ਹੁਣ ਇਹ ਅਲ ਉਸ ਤਲਾਅ ਦੇ ਵਿੱਚ ਨਹੀਂ ਗਾ,
ਇਹ ਤੀਸਰੀ ਉਦਾਹਰਨ ਗੁਰੂ ਸਾਹਿਬ ਦੇ ਰਹੇ, ਕਹਿੰਦੇ ਉਸ ਦਾਦਰ ਨੂੰ ਕਹਿੰਦੇ, ਉਸ ਡੱਡੂ ਨੂੰ ਕਹਿੰਦੇ, ਕਹਿੰਦੇ ਦੇਖ ਇਹ ਅਲ ਉਸ ਤਲਾਬ ਵਿੱਚ ਨਹੀਂ ਗਾ, ਪਰ ਫਿਰ ਵੀ ਉਸ ਤਲਾਬ ਦੇ ਵਿੱਚ ਉਗੇ ਹੋਏ ਫੁੱਲਾਂ ਦੇ ਉੱਪਰ ਬੈਠ ਕੇ ਇਹ ਉਸ ਫੁੱਲ ਦੇ ਰਸ ਨੂੰ ਚੁੰਘਦਾ ਹੈ, ਪਰ ਉਸ ਫੁੱਲ ਦੇ ਉੱਪਰ ਸਦੀਵੀ ਕਾਲ ਵਾਸਤੇ ਬੈਠਦਾ ਵੀ ਨਹੀਂ ਗਾ, ਰਹਿੰਦਾ ਨਹੀਂ ਉਸ ਫੁੱਲ ਉੱਪਰ, ਰਸ ਚੁੰਘ ਕੇ ਉੱਡ ਜਾਂਦਾ ਤੇ ਸ਼ਾਇਦ ਫੇਰ ਕਦੇ ਉਸ ਤਲਾਬ ਤੇ ਆਵੇਗਾ ਵੀ ਨਹੀਂ, ਕਿਸੇ ਦੂਸਰੇ ਤਲਾਬ ਤੇ ਜਾਵੇਗਾ, ਕਿਸੇ ਦੂਸਰੇ ਫੁੱਲ ਕੋਲ ਬੈਠੇਗਾ, ਉਹ ਤੋਂ ਰਸ ਚੁੰਗੇਗਾ ਤੇ ਰਸ ਚੁੰਗ ਕੇ ਆਪਣੇ ਘਰ ਲਿਜਾਵੇਗਾ ਤੇ ਉਸ ਰਸ ਦਾ ਸ਼ਹਿਦ ਆਪਣੇ ਕੀਮਤੀ ਸਮੇਂ ਵਿੱਚ ਹੰਢਾਵੇਗਾ। ਜਿਹੜੀਆਂ ਸੰਪਰਦਾਵਾਂ ਨੇ ਉਹਨਾਂ ਨੇ ਵਿਦਵਾਨ ਪੈਦਾ ਕੀਤੇ, ਉਹਨਾਂ ਨੇ ਕੀਰਤਨੀਏ ਪੈਦਾ ਕੀਤੇ, ਉਹਨਾਂ ਨੇ ਕਥਾਵਾਚਕ ਪੈਦਾ ਕੀਤੇ, ਉਹਨਾਂ ਨੇ ਕੌਮ ਨੂੰ ਸੇਧ ਦੇਣ ਵਾਲੇ ਲੀਡਰਸ ਪੈਦਾ ਕੀਤੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹਦੇ ਵਿੱਚ ਕੋਈ ਦੁਬਿਧਾ ਨਹੀਂ, ਅੱਜ ਵੀ ਕਰ ਰਹੀਆਂ ਨੇ, ਇਹਦੇ ਵਿੱਚ ਵੀ ਕੋਈ ਦੁਬਿਧਾ ਨਹੀਂ। ਪਰ ਮੇਰੇ ਵਾਸਤੇ 3 ਉਦਾਹਰਨਾਂ ਦੇ ਵਿੱਚੋਂ ਕਿਹੜੀ ਉਦਾਹਰਣ ਢੁੱਕਦੀ ਆ, ਇਹ ਤੁਸੀਂ ਸੋਚਣਾ ਹੈਗਾ, ਇਹ ਤੁਹਾਨੂੰ ਦੇਖਣਾ ਹੈਗਾ ਕਿ ਅਸੀਂ ਕੀ ਬਣਨਾ ਹੈਗਾ। ਕਿ ਉਸ ਡੱਡੂ ਦੀ ਨਿਆਈ ਉਸ ਇੱਕੋ ਸੰਪਰਦਾ ਦੇ ਵਿੱਚ ਰਹਿ ਕਰਕੇ ਆਪਣੇ ਆਪ ਦੀ ਹਉਮੈ ਵਿੱਚ ਬੈਠ ਕਰਕੇ ਉਸੇ ਸੰਪਰਦਾ ਦੇ ਵਿੱਚ ਦਾ ਡੱਡੂ ਬਣ ਕੇ ਰਹਿਣਾ ਹੈਗਾ, ਜਾਂ ਦੂਜਾ ਉਦਾਹਰਣ ਮਹਾਰਾਜ ਨੇ ਉਸ ਕਮਲ ਦਾ ਦਿੱਤਾ, ਸੰਪਰਦਾ 'ਚ ਰਹਿ ਕੇ ਪਰ ਟੀਚਾ ਉਸ ਸੂਰਜ ਦਾ ਹੋਵੇ। ਤੇ ਤੀਸਰਾ ਉਦਾਹਰਣ ਇਸ ਅਲ ਦਾ ਆ, ਕਿਉਂ? ਕਿਉਂਕਿ ਇਹ ਅਲ ਆਮ ਨੌਜਵਾਨ ਹੈ ਜਿਹੜਾ ਕਿਸੇ ਸੰਪਰਦਾ ਨੂੰ ਨਹੀਂ ਬਿਲੋਂਗ ਕਰਦਾ ਹੈਗਾ, ਉਹਨੇ ਕਿਸੇ ਸੰਪਰਦਾ ਤੋਂ ਵਿੱਦਿਆ ਨਹੀਂ ਲਈ, ਪਰ ਹਾਂ ਉਹਨੂੰ ਜਿੱਥੋਂ ਵਿੱਦਿਆ ਮਿਲੀ ਉਹਨੇ ਗ੍ਰਹਿਣ ਜ਼ਰੂਰ ਕੀਤੀ ਹੈ, ਉਹਨੂੰ ਜਿੱਥੋਂ ਸਮਰੱਥਾ ਉਹਦੇ ਕੋਲ ਆ ਗਈ ਉਹਨੇ ਗ੍ਰਹਿਣ ਜ਼ਰੂਰ ਕੀਤੀ ਆ। ਇਹਦਾ ਅਰਥ ਇਹ ਨਹੀਂ ਕਿ ਅਸੀਂ ਵਿੱਦਿਆ ਨਾ ਲਈਏ ਸੰਪਰਦਾਵਾਂ ਵਿੱਚ ਜਾ ਕੇ, ਇਹਨੂੰ ਇੱਦਾਂ ਨਾ ਜਾਣਨਾ, ਪਰ ਇੱਕੋ ਸੰਪਰਦਾ, ਇਹ ਉਦਾਹਰਨ ਦੇ ਤੌਰ 'ਤੇ ਅਸੀਂ ਇੱਦਾਂ ਸਮਝਦੇ ਹਾਂ, ਜਦੋਂ ਅਸੀਂ ਕਿਸੇ ਬਾਜ਼ਾਰ 'ਚ ਜਾਂਦੇ ਹਾਂ ਨਾ, ਤੇ ਕੋਈ ਇੱਕ ਦੁਕਾਨ 'ਤੇ ਸਾਨੂੰ ਇੱਕੋ ਪ੍ਰਕਾਰ ਦਾ ਸਮਾਨ ਮਿਲਦਾ ਹੈਗਾ, ਦੂਜੀ ਦੁਕਾਨ 'ਤੇ ਜਾਈਏ ਅਸੀਂ ਸਾਨੂੰ ਸਾਰੀਆਂ ਚੀਜ਼ਾਂ ਬਣਾ ਲੈਂਦੇ ਨੇ, ਉਹ ਖਾਣ ਪੀਣ ਦਾ ਵੀ ਬਣਾ ਲੈਂਦੇ ਨੇ, ਕੱਪੜੇ ਪਾਉਣ ਦਾ ਵੀ ਬਣਾ ਲੈਂਦੇ ਨੇ, ਭਾਂਡੇ ਵੀ ਬਣਾ ਲੈਂਦੇ ਨੇ, ਤੇ ਕੀ ਹੋਵੇਗਾ ਕਿ ਉਹਨਾਂ ਦਾ ਜਿਹੜਾ ਮਾਪਦੰਡ ਆ, ਉਹਨਾਂ ਦੀ ਜਿਹੜੀ ਕੁਆਲਿਟੀ ਆ, ਕਿ ਉਹ ਡਿਕਰੀਜ਼ ਨਹੀਂ ਕਰੇਗੀ। ਕਿੰਨਾ ਚੰਗਾ ਹੋਵੇ ਜੇ ਇੱਕ ਦੁਕਾਨਦਾਰ ਇੱਕੋ ਹੀ ਚੀਜ਼ ਬਣਾ ਰਿਹਾ ਪਰ ਉਹਦੀ ਕੁਆਲਿਟੀ ਬੜੀ ਵਧੀਆ ਹੈਗੀ, ਉਹਦਾ ਮਾਪਦੰਡ ਬੜਾ ਵਧੀਆ ਹੈਗਾ, ਔਰ ਉਸ ਮਾਪਦੰਡ ਦੇ ਅਧੀਨ ਚੱਲਣ ਵਾਲੇ ਜਿੰਨੇ ਵੀ ਕਾਰਜ ਨੇ ਉਹ ਸੁਚੱਜੇ ਢੰਗ ਨਾਲ ਚੱਲ ਰਹੇ ਆ। ਕਿਉਂ? ਕਿਉਂਕਿ ਉਹਨਾਂ ਦਾ ਇੱਕ ਟੀਚਾ ਮਿਥਿਆ ਹੋਇਆ ਹੈਗਾ। ਕਿਸੇ ਇੱਕ ਸੰਪਰਦਾ ਨੇ ਜੋ ਗੁਰੂ ਸਾਹਿਬ ਜੀ ਦੀ ਬਣਾਈ ਮਰਿਆਦਾ ਅਨੁਸਾਰ ਪੋਥੀਆਂ ਲਿਖਣੀਆਂ ਆਰੰਭ ਕੀਤੀਆਂ, ਤੇ ਉਹਨਾਂ ਦਾ ਕੰਮ ਕੇਵਲ ਪੋਥੀਆਂ ਲਿਖਣ ਦਾ ਸੀਗਾ, ਉਹਨਾਂ ਦਾ ਕੰਮ ਪ੍ਰਚਾਰ ਦਾ ਨਹੀਂ ਸੀ। ਜਿਨ੍ਹਾਂ ਨੇ ਪ੍ਰਚਾਰ ਕਰਨਾ ਸੀ ਉਹਨਾਂ ਦਾ ਕੰਮ ਪੋਥੀਆਂ ਲਿਖਣ ਦਾ ਨਹੀਂ ਸੀ। ਜਿਨ੍ਹਾਂ ਨੇ ਪ੍ਰਚਾਰ ਕੀਤਾ ਉਹਨਾਂ ਦਾ ਕੰਮ ਸ਼ਸਤਰ ਚੁੱਕ ਕੇ ਜੰਗਜੂ ਬਣਨਾ ਨਹੀਂ ਸੀ। ਜਿਨ੍ਹਾਂ ਨੇ ਸ਼ਸਤਰ ਚੁੱਕੇ ਉਹਨਾਂ ਦਾ ਕੰਮ ਲੰਗਰਾਂ ਵਿੱਚ ਨਹੀਂ ਸੀ। ਪਰ ਇਹਦਾ ਅਰਥ ਇਹ ਨਹੀਂ ਕਿ ਉਹ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਨਹੀਂ ਸੀ ਸਕਦੇ। ਉਹਦਾ ਦਾ ਕੰਮ ਇਹ ਨਹੀਂ ਕਿ ਉਹ ਇੱਕ ਸੰਪਰਦਾ ਨੂੰ ਦੂਜੇ ਸੰਪਰਦਾ ਨਾਲ ਵੱਖ ਕੀਤਾ ਗਿਆ, ਨਹੀਂ। ਉਹਦਾ ਕੰਮ ਇਹ ਆ ਕਿ ਉਹਨਾਂ ਨੂੰ ਇੱਕ ਚੀਜ਼ ਵਿੱਚ ਇੰਨੇ ਕੁ ਨਿਪੁੰਨ ਕਰ ਦੇਣਾ ਕਿ ਉਹਨਾਂ ਦੀ ਐਕਸਪਰਟੀਜ਼ ਬਣ ਜਾਵੇ, ਇੱਕ ਸ਼ਬਦ ਹੈ ਅੰਗਰੇਜ਼ੀ ਦਾ, ਕਿ ਉਹਦੇ ਵਿੱਚ ਉਹ ਨਿਪੁੰਨ ਹੋ ਜਾਣ, ਉਹਨਾਂ ਦੇ ਕੋਲ ਇੰਨੀ ਸਮਰੱਥਾ ਆ ਜਾਵੇ ਕਿ ਉਹ ਆਪਣੇ ਆਪ ਦੇ ਵਿੱਚ ਇੰਨੀ ਸਮਰੱਥ ਹੋ ਜਾਣ ਕਿ ਲੋਕ ਉਹਨਾਂ ਦੇ ਕੋਲ ਆ ਕਰਕੇ ਇਹਨਾਂ ਚੀਜ਼ਾਂ ਨੂੰ ਗ੍ਰਹਿਣ ਕਰਨ। ਹੁਣ ਭਾਈ ਇੰਦਰਜੀਤ ਸਿੰਘ ਜੀ ਆਪ ਜੀ ਨਾਲ ਵਿਚਾਰ ਕਰ ਰਹੇ ਸੀਗੇ ਵੈਦਾਂ ਬਾਰੇ। ਗੁਰੂ ਸਾਹਿਬ ਜੀ ਦੀ ਬਣਾਈ ਇੱਕ ਸ਼ਾਖਾ ਹੈ, ਇੱਦਾਂ ਕੀਰਤਨੀਆਂ ਦੀ, ਰਬਾਬੀਆਂ ਦੀ ਇੱਕ ਸ਼ਾਖਾ ਹੈ, ਇੱਦਾਂ ਅੱਖਰਕਾਰਾਂ ਦੀ ਇੱਕ ਸ਼ਾਖਾ ਹੈ, ਔਰ ਉਹਨਾਂ ਦੇ ਵਿੱਚੋਂ
ਹੁਣ ਜਿਹੜਾ ਕੋਈ ਅੱਖਰਕਾਰ ਮਾਣ ਨਾਲ ਇਹ ਗੱਲ ਕਹਿੰਦਾ ਹੋਵੇ ਮੇਰੇ ਤੋਂ ਵੱਡਾ ਅੱਖਰਕਾਰ ਕੋਈ ਨਹੀਂ, ਮੇਰੀ ਸੰਪਰਦਾ ਤੋਂ ਵੱਡੀ ਪੰਥ ਦੇ ਵਿੱਚ ਕੰਟਰੀਬਿਊਸ਼ਨ ਕਰਨ ਵਾਲਾ ਹੈ ਕੋਈ ਨਹੀਂ। ਨਹੀਂ ਪਿਆਰਿਓ, ਹਰ ਇੱਕ ਦੀ ਆਪਣਾ ਆਪਣਾ ਯੋਗਦਾਨ ਰਿਹਾ ਆ ਪੰਥ ਵਿੱਚ, ਪੰਥ ਨੂੰ ਬਣਾਉਣ ਵਾਸਤੇ। ਹੁਣ ਮੈਂ ਕੀ ਕਰ ਸਕਦਾ ਹੈਗਾ? ਸਾਡੇ ਕੋਲ ਕੁਝ 10 ਮਿੰਟ ਦਾ ਸਮਾਂ ਆ। ਮੇਰੇ ਵਾਸਤੇ ਕੁਝ ਕੁ ਮੁਸ਼ਕਲਾਂ ਨੇ ਬੜੀਆਂ ਵੱਡੀਆਂ। ਪਹਿਲਾ, ਸਾਡੀ ਜਿਹੜੀ ਅੱਖਾਂ ਦਾ ਪਰਦਾ ਆ ਸਾਡੇ ਸਾਹਮਣੇ, ਜਿਹਨੂੰ ਅਸੀਂ ਕਾਰਨ ਸਰੀਰ ਕਹਿੰਦੇ, ਇੱਕ ਸਾਡਾ ਪਰਮਾਤਮਾ ਆ, ਇੱਕ ਆਤਮਾ ਤੇ ਕਾਰਨ ਸਰੀਰ ਹੈ। ਤਿੰਨ ਹੀ ਨੇ, ਅਸਥੂਲ, ਸੂਖਮ ਤੇ ਕਾਰਨ ਸਰੀਰ ਹੀ ਹੈ ਨਾ। ਅਸਥੂਲ ਸਾਡਾ ਸਰੀਰ ਹੈ, ਸੂਖਮ ਸਾਡੀ ਆਤਮਾ ਆ, ਤੇ ਜਿਹੜਾ ਕਾਰਨ ਸਰੀਰ ਹੈ ਉਹ ਇਹਨਾਂ ਦੋਨਾਂ ਦੇ ਵਿਚਲਾ ਭੇਦ ਹੈ। ਸਿੱਖ ਦੀ ਬਿਰਤੀ ਉਸ ਕਾਰਨ ਸਰੀਰ ਨੂੰ ਤੋੜਨ ਵਾਲੀ ਹੋਣੀ ਚਾਹੀਦੀ। ਮਹਾਰਾਜ ਨੇ ਸਿੱਧਾ ਬਚਨ ਕਿਹਾ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਉੱਥੇ ਮਹਾਰਾਜ ਨੇ ਬਚਨ ਕਿਹਾ, ਹੁਕਮ ਰਜ਼ਾਈ ਚੱਲਣਾ। ਇਹ ਤਿੰਨ ਸ਼ਬਦ ਨੇ ਬਾਕਮਾਲ। ਹੁਕਮ, ਦੂਸਰਾ ਰਜ਼ਾ ਚ, ਤੀਸਰਾ ਮੰਨ ਕੇ ਚੱਲਣਾ, ਬਹਿਣਾ ਨਹੀਂ। ਉਹ ਡੱਡੂ ਬੈਠਾ ਆ, ਇੱਕ ਥਾਂ ਤੇ ਖਲੋ ਗਿਆ ਆ, ਪਰ ਉਸ ਆਲ੍ਹ ਨੂੰ ਦੇਖੋ, ਉਹ ਬਹਿੰਦਾ ਨਹੀਂ, ਤੁਰਦਾ ਆ। ਉਹ ਇੱਕ ਥਾਂ ਦੂਜੀ ਥਾਂ ਤੇ ਜਾਂਦਾ ਆ, ਉੱਥੋਂ ਵੀ ਗ੍ਰਹਿਣ ਕਰਦਾ ਤੇ ਉੱਥੋਂ ਵੀ ਗ੍ਰਹਿਣ ਕਰਦਾ। ਜੋ ਮਿਲਦਾ ਉਹਨੂੰ ਗ੍ਰਹਿਣ ਕਰਕੇ ਆਪਣੇ ਅੰਦਰ ਪਹੁੰਚਦਾ ਆ ਤੇ ਉਹਦਾ ਸ਼ਹਿਦ ਬਣਾਉਂਦਾ ਹੈ। ਦੁਬਿਧਾ ਸਾਡੇ ਸਾਹਮਣੇ ਇਹ ਆ ਕਿ ਸਾਨੂੰ ਦੇਖਣ ਵਿੱਚ ਸਾਡੀ ਦਿੱਖ ਦੇ ਅਨੁਸਾਰ ਸਾਡਾ ਮਨ ਕੰਡੀਸ਼ਨ ਹੋ ਗਿਆ ਆ ਇਸ ਗੱਲ ਨੂੰ ਲੈ ਕੇ ਕਿ ਨਹੀਂ, ਫਲਾਣੀ ਦਸਤਾਰ ਕਿਸੇ ਸਜਾਈ ਆ ਤੇ ਫਲਾਣੀ ਸੰਪਰਦਾ ਦਾ ਹੈ। ਆ ਕਿਸੇ ਨੇ ਨਿਹੰਗ ਸਿੰਘਾਂ ਵਾਲਾ ਬਾਣਾ ਪਾਇਆ, ਨਿਹੰਗ ਸਿੰਘ ਸੰਪਰਦਾਇ ਦੇ ਨਾਲ ਨਹੀਂ ਮੈਂ ਬੋਲਣਾ। ਇੱਥੋਂ ਤੱਕ ਜਿਹਨੂੰ ਤੁਸੀਂ ਭਾਈ ਸਾਹਿਬ ਕਹੋਗੇ ਤੇ ਇੱਕ ਸੰਪਰਦਾ, ਜੇ ਵੀਰ ਜੀ ਕਹੋਗੇ ਦੂਜੀ ਸੰਪਰਦਾ ਹੈਗਾ। ਸੋ ਇਹ ਸਾਡੇ ਮਨ ਦੇ ਵਿੱਚ ਇਹ ਚੀਜ਼ਾਂ ਘਰ ਕਰ ਚੁੱਕੀਆਂ, ਪਰ ਅਸੀਂ ਇਹਨਾਂ ਤੋਂ ਉੱਪਰ ਉੱਠਣਾ ਹੈਗਾ। ਕਿਉਂ? ਮੈਂ ਆਪ ਜੀ ਨੇ ਕੋਈ ਉਦਾਹਰਨ ਦਿੰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਇੱਕ ਸਿੱਖ ਹੋਇਆ ਭਾਈ ਜੱਗਾ ਸਿੰਘ, ਗੁਰੂ ਸਾਹਿਬ ਜੀ ਦੇ ਕੋਲ ਆਇਆ ਤੇ ਇੰਨਾ ਪਿਆਰ ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਕੀਤਾ ਕਿ ਗੁਰੂ ਸਾਹਿਬ ਜੀ ਨੇ ਆ ਕਰਕੇ ਗੁਰੂ ਸਾਹਿਬ ਜੀ ਨੇ ਗਲਵੱਕੜੀ ਪਾਈ ਪਹਿਲੇ ਦਿਨ। ਤੇ ਜਿਹੜੇ ਨਾਲ ਦੇ ਸਿੱਖ ਸੀ ਨਾ ਗੁਰੂ ਸਾਹਿਬ ਜੀ ਦੇ ਕੋਲ ਦੇ, ਹੁਣ ਇਹ ਮੈਂ ਆਪ ਜੀ ਨੂੰ ਉਦਾਹਰਨ ਤਾਂ ਕਰਕੇ ਦੇ ਰਿਹਾ ਕਿ ਸਾਨੂੰ ਇਹ ਵਿਸ਼ਾ ਕਲੀਅਰ ਹੋ ਜਾਵੇ, ਇਹਨੂੰ ਦੂਜੇ ਪਾਸੇ ਦੀ ਨਾ ਗੱਲ ਸਮਝਣਾ। ਕੀ ਗੁਰੂ ਸਾਹਿਬ ਜੀ ਦੇ ਨੇੜੇ ਬਹਿਣ ਵਾਲੇ ਡੱਡੂ ਨਹੀਂ ਸੀ? ਉਹਨਾਂ ਵਿੱਚੋਂ ਵੀ ਕਈ ਸਨ, ਸਾਨੂੰ ਬੜੇ ਇਤਿਹਾਸਕ ਪ੍ਰਮਾਣ ਮਿਲ ਜਾਂਦੇ। ਕੀ ਉਹਨਾਂ ਵਿੱਚ ਹੀਰੇ ਨਹੀਂ ਸੀ? ਕੀ ਉਹਨਾਂ ਵਿੱਚ ਕਮਲ ਨਹੀਂ ਸੀ? ਕੀ ਉਹਨਾਂ ਵਿੱਚ ਅਲ ਨਹੀਂ ਸੀ? ਉਹਨਾਂ ਵਿੱਚ ਵੀ ਸੀ। ਪਰ ਉਸ ਬਿਰਤੀ ਨੂੰ ਸਮਝਣ ਵਾਸਤੇ ਸਾਨੂੰ ਆਪਣੇ ਜੀਵਨ ਨੂੰ ਗੁਰੂ ਸਾਹਿਬ ਜੀ ਦੇ ਹੁਕਮਾਂ 'ਤੇ ਢਾਲਣਾ ਪਵੇਗਾ। ਭਾਈ ਜੱਗਾ ਸਿੰਘ ਗੁਰੂ ਸਾਹਿਬ ਜੀ ਦੇ ਕੋਲ ਆਇਆ, ਮਹਾਰਾਜ ਨੇ ਗਲਵੱਕੜੀ ਪਾਈ ਤੇ ਨਾਲ ਦੇ ਜਿਹੜੇ ਸਿੱਖ ਸਨ ਕਹਿੰਦੇ ਸਾਨੂੰ 10-10 ਸਾਲ ਹੋ ਗਏ ਗੁਰੂ ਸਾਹਿਬ ਜੀ ਦੇ ਨਾਲ ਵਿਚਰਦਿਆਂ ਸੇਵਾ 'ਚ। ਸਾਡੀਆਂ ਪੁਸ਼ਤਾਂ ਜਿਹੜੀਆਂ ਨੇ ਉਹ ਗੁਰੂ ਘਰਾਂ ਦੀਆਂ ਸੇਵਾਵਾਂ ਕਰਦੀਆਂ ਰਹੀਆਂ, ਮਹਾਰਾਜ ਨੇ ਸਾਨੂੰ ਤੇ ਕਦੇ ਗਲਵੱਕੜੀ ਪਾਈ ਨਹੀਂ, ਸਾਨੂੰ ਤੇ ਕਦੇ ਪਿਆਰ ਦਿੱਤਾ ਨਹੀਂ। ਕਹਿੰਦੇ ਇਹਨੂੰ ਅਸੀਂ ਦੇਖਦੇ ਬਾਹਰ। ਅਗਲੇ ਦਿਨ ਅੰਮ੍ਰਿਤ ਵੇਲੇ ਦਾ ਸਮਾਂ ਭਾਈ ਜੱਗਾ ਸਿੰਘ ਨੂੰ ਜਿਹੜੇ ਨਾਲ ਦੇ ਸਿੱਖ ਸਨ ਉਹਨਾਂ ਨੇ ਘੇਰ ਲਿਆ ਤੇ ਉਹਦੇ ਘਰ ਦੇ ਬਾਹਰ ਬੜਾ ਕੁੱਟਿਆ। ਉਹਦੀ ਬਾਂਹ ਤੇ ਸੱਟ ਵੱਜੀ, ਪੈਰ ਤੇ ਸੱਟ ਵੱਜੀ, ਖੂਨ ਲਹੂ ਲੁਹਾਨ ਹੋ ਗਿਆ। ਪਰ ਉਸ ਸਿੱਖ ਦਾ ਸਿਦਕ ਇੰਨਾ, ਕਹਿੰਦਾ ਨਹੀਂ ਮੈਂ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਜੇ ਗੁਰੂ ਸਾਹਿਬ ਜੀ ਨੇ ਨੇਮ ਬਖਸ਼ਿਆ ਆ ਤੇ ਮੈਂ ਗੁਰੂ ਕੇ ਦਰਸ਼ਨਾਂ ਨੂੰ ਜਾਣਾ ਹੈ। ਤੇ ਭਾਈ ਜੱਗਾ ਸਿੰਘ ਗੁਰੂ ਸਾਹਿਬ ਜੀ ਦੇ ਦਰਬਾਰ 'ਚ ਪਹੁੰਚਦਾ, ਅੱਗੇ ਨਹੀਂ ਜਾਂਦਾ, ਪਿੱਛੇ ਬੈਠ ਜਾਂਦਾ। ਤੇ ਸਿੱਖਾਂ ਨੇ ਜਾ ਕਰਕੇ ਗੁਰੂ ਸਾਹਿਬ ਜੀ ਨੂੰ ਸੂਚਿਤ ਕੀਤਾ ਕਿ ਮਹਾਰਾਜ ਇਹ ਭਾਣਾ ਵਾਪਰਿਆ ਹੈ। ਤੇ ਗੁਰੂ ਸਾਹਿਬ ਜੀ ਨੇ ਭਾਈ ਜੱਗਾ ਸਿੰਘ ਨੂੰ ਬੁਲਾਇਆ ਤੇ ਨਾ ਆ ਕਰਕੇ ਇੱਕੋ ਗੱਲ ਕਹੀ, ਕਹਿੰਦੇ ਜੱਗਾ ਸਿੰਘ ਕੀ ਹੋਇਆ ਹੈਗਾ? ਬੋਲੇ ਨਹੀਂ ਕੁਛ। ਫਿਰ ਪੁੱਛਿਆ, ਕਹਿੰਦੇ ਭਾਈ ਜੱਗਾ ਸਿੰਘ ਕੀ ਹੋਇਆ, ਸਾਨੂੰ ਦੱਸੋ। ਨਾਲ ਦੇ ਸਿੱਖਾਂ ਨੇ ਕਿਹਾ, ਕਹਿੰਦੇ ਮਹਾਰਾਜ ਕੁੱਟਿਆ
ਸਿੱਖਾਂ ਨੂੰ ਪੁੱਛਿਆ ਕਿਹਨੇ ਕੁੱਟਿਆ? ਮਹਾਰਾਜ ਕਹਿੰਦੇ ਨਾਲ ਦੇ ਸਿੱਖਾਂ ਨੇ ਕੁੱਟਿਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਜੱਗਾ ਸਿੰਘ ਨੂੰ ਪੁੱਛਦੇ ਆ, ਕਹਿੰਦੇ ਭਾਈ ਜੱਗਾ ਸਿੰਘ, ਕਹਿੰਦੇ ਤੂੰ ਕਿਉਂ ਨਾ ਹੱਥ ਚੁੱਕਿਆ? ਕਹਿੰਦੇ ਕੀ ਤੇਰੇ ਕੋਲ ਸ਼ਸਤਰ ਨਹੀਂ ਸੀ? ਕੀ ਤੇਰੇ ਹੱਥ ਨਹੀਂ ਸੀ ਚੱਲਦੇ? ਤੂੰ ਕਿਉਂ ਨਾ ਹੱਥ ਚੁੱਕਿਆ? ਤੇ ਭਾਈ ਜੱਗਾ ਸਿੰਘ ਇੱਕ ਗੱਲ ਕਹਿੰਦਾ, ਸ਼ਾਇਦ ਸਾਡੀ ਜ਼ਿੰਦਗੀ 'ਚ ਸਾਨੂੰ ਕਿਤੇ ਅਮਲ ਵਿੱਚ ਆ ਜਾਵੇ। ਉਹਨਾਂ ਕਿਹਾ, ਕਹਿੰਦੇ ਗੁਰੂ ਸਾਹਿਬ ਜੀ ਆਪਣੇ ਭਰਾਵਾਂ 'ਤੇ ਹੱਥ ਕਿਵੇਂ ਚੱਕਾਂ? ਆਪਣੇ ਭਰਾਵਾਂ 'ਤੇ ਹੱਥ ਕਿਵੇਂ ਚੱਕਾਂ? ਕਹਿੰਦੇ ਕੋਈ ਗੱਲ ਨਹੀਂ, ਜੇ ਕੁੱਟਦੇ ਆ ਕੁੱਟ ਲੈਣ ਦਿਓ। ਸਾਡੀ ਜ਼ਿੰਦਗੀ 'ਚ ਬੜਾ ਕੁਝ ਵਾਪਰਦਾ ਹੈਗਾ। ਇੱਕ ਸੰਪਰਦਾ ਦੂਜੇ ਨਾਲ ਝਗੜਦੀ ਹੈ, ਦੂਜੀ ਤੀਜੇ ਨਾਲ ਝਗੜਦੀ ਹੈ, ਤੀਜੀ ਚੌਥੇ ਨਾਲ ਝਗੜਦੀ ਹੈ, ਅਤੇ ਆਮ ਤੌਰ 'ਤੇ ਅਸੀਂ ਮੂੰਹ ਝਾਕੀ ਜਾਂਦੇ ਹਾਂ ਇੱਧਰ ਨੂੰ, ਕਦੇ ਇੱਧਰ ਨੂੰ, ਕਦੇ ਇੱਧਰ ਨੂੰ, ਕਿ ਕੌਣ ਕੀ ਕਵੇਗਾ। ਵੈਨ ਯੂ ਲੁੱਕ ਆਊਟ ਔਨ ਸੋਸ਼ਲ ਮੀਡੀਆ, ਕੋਈ ਕਿਸੇ ਦਾ ਪ੍ਰਚਾਰ ਕਰ ਰਿਹਾ ਭੰਡੀ, ਕੋਈ ਕਿਸੇ ਦੀ ਭੰਡੀ ਕਰ ਰਿਹਾ ਹੈਗਾ। ਪਰ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ, ਜੇ ਕਾਈ ਖਾਣੀ ਹੈ ਤਾਂ ਖਾਈ ਜਾਓ, ਅਤੇ ਜੇ ਉਸ ਅੱਲ ਦੀ ਤਰ੍ਹਾਂ ਰਸ ਚੁੰਘਣਾ ਹੈ ਤਾਂ ਰਸ ਚੁੰਘੋ। ਉਹਦਾ ਅੱਲ ਦਾ ਉਸ ਕਾਈ ਨਾਲ ਕੋਈ ਸੰਬੰਧ ਨਹੀਂ। ਕਿਉਂ? ਕਿਉਂਕਿ ਉਹਦਾ ਟੀਚਾ ਮਿਥਿਆ ਹੋਇਆ ਆ। ਉਹਨੇ ਰਸ ਚੁੰਘ ਕੇ ਸ਼ਹਿਦ ਬਣਾਉਣਾ, ਉਹਦੇ ਜੀਵਨ ਦਾ ਮਨੋਰਥ ਉਹੀ ਹੈ। ਜਿੰਨੀਆਂ ਵੀ ਮਨ ਦੀਆਂ ਤਰੁੱਟੀਆਂ ਨੇ ਉਹ ਸਾਡੇ ਭਰਮ 'ਚੋਂ ਪੈਦਾ ਹੁੰਦੀਆਂ, ਅਗਿਆਨ ਤੋਂ ਪੈਦਾ ਹੁੰਦੀਆਂ, ਅਵਿਦਿਆ ਤੋਂ ਪੈਦਾ ਹੁੰਦੀਆਂ, ਅਤੇ ਇਸ ਅਵਿਦਿਆ ਨੂੰ ਨਾਸ਼ ਕਰਨ ਵਾਸਤੇ ਗੁਰੂ ਕਾ ਗਿਆਨ ਸਹਾਈ ਹੈ। ਕੱਲ੍ਹ ਭਾਈ ਸਾਹਿਬ ਗੱਲ ਕਰ ਰਹੇ ਸੀ ਹੰਸ ਬਿਰਤੀ ਦੀ। ਮਹਾਰਾਜ ਨੇ ਬਚਨ ਕਿਹਾ, ਕਹਿੰਦੇ ਦੇਖੋ ਉਸ ਹੰਸ ਨੂੰ, ਮਾਨਸਰੋਵਰ ਝੀਲ ਦੇ ਵਿੱਚ ਰਹਿੰਦਾ ਹੈ, ਪਰ ਬਾਬਾ ਫਰੀਦ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ, ਉਹਨਾਂ ਉਦਾਹਰਨ ਦਿੱਤੀ, ਕਹਿੰਦੇ ਹੰਸ ਉੱਡਰ ਕੋਧਰੇ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣੇ, ਹੰਸ ਨਾ ਕੋਧਰਾ ਖਾਏ। ਕਹਿੰਦੇ ਇੱਕ ਦਿਨ ਇੱਕ ਹੰਸ ਕੋਧਰੇ ਦੇ ਖੇਤ 'ਚ ਚਲਾ ਗਿਆ। ਕੋਧਰਾ ਜਾਣਦੇ ਹਾਂ ਅਸੀਂ? ਕਿਹਨੂੰ ਕਿਹਨੂੰ ਪਤਾ ਕੋਧਰਾ ਕੀ ਹੁੰਦਾ ਹੈਗਾ? ਕੋਧਰੇ ਦਾ ਖੇਤ, ਉਹ ਹੰਸ ਕੋਧਰੇ ਦੇ ਖੇਤ 'ਚ ਗਿਆ ਤੇ ਲੋਕਾਂ ਨੇ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ। ਕਹਿੰਦੇ ਦੇਖੋ ਦੇਖੋ ਹੰਸ ਨੇ ਆਪਣਾ ਕੁੱਲ ਜਿਹੜੀ ਆ ਉਹ ਨਾਸ ਕਰ ਲਈ ਆ, ਆਪਣੇ ਕੁੱਲ ਨੂੰ ਦਾਗ ਲਾਇਆ ਹੈਗਾ। ਕਿਉਂ? ਕਿਉਂਕਿ ਹੰਸ ਕੋਧਰਾ ਨਹੀਂ ਖਾਂਦਾ। ਪਰ ਇਹਨੂੰ ਦੇਖੋ, ਇਹ ਕੋਧਰੇ ਦੇ ਖੇਤ 'ਚ ਚਲਾ ਗਿਆ, ਇਹਦਾ ਜੀਵਨ ਭ੍ਰਿਸ਼ਟ ਆ ਗਿਆ। ਪਰ ਨਹੀਂ, ਬਾਬਾ ਫਰੀਦ ਸਾਹਿਬ ਕਹਿੰਦੇ ਗਹਿਲਾ ਲੋਕ ਨਾ ਜਾਣੇ ਹੀ ਹੰਸ ਨਾ ਕੋਧਰਾ ਖਾਏ। ਕਹਿੰਦੇ ਹੰਸ ਕੋਧਰਾ ਖਾਂਦਾ ਨਹੀਂ, ਹਾਂ ਉਹ ਬੈਠਾ ਜ਼ਰੂਰ ਹੋਵੇਗਾ। ਹੋ ਸਕਦਾ ਕੋਈ ਗੁਰਸਿੱਖ ਤੁਹਾਨੂੰ ਕੋਈ ਸੰਸਾਰੀ ਤੌਰ 'ਤੇ ਕੋਈ ਸੰਸਾਰੀ ਕਾਰਜ ਕਰਦਿਆਂ ਵਿਚਰਦਾ ਦਿਖ ਜਾਵੇ, ਸਿੱਧਾ ਨਾ ਗੋਲੀ ਲੈ ਕੇ ਤੁਰ ਜਾਇਆ ਕਰੀ ਕਿ ਇਹਦੇ 'ਤੇ ਮਾਰਨੀ ਹੈ, ਇਹ ਤਾਂ ਪੰਥ ਦਾ ਦੁਖੀ ਹੈ। ਨਹੀਂ, ਹੋ ਸਕਦਾ ਗਲਤ ਰਸਤੇ 'ਤੇ ਤੁਰਿਆ ਹੋਵੇ, ਹੋ ਸਕਦਾ ਉਹ ਹੰਸ ਕਿਸੇ ਨੂੰ ਸੁਧਾਰਨ ਵਾਸਤੇ ਗਿਆ ਹੋਵੇ। ਇੱਥੋਂ ਤੱਕ ਬਾਬਾ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਹੰਸ ਇੱਕ ਝੀਲ ਦੇ ਵਿੱਚ ਉਸੇ ਤਲਾਬ 'ਚ ਆਇਆ ਜਿਸੇ ਤਲਾਬ 'ਚ ਡੱਡੂ ਰਹਿੰਦਾ, ਤੇ ਉਸ ਤਲਾਬ ਵਿੱਚ ਉਸ ਹੰਸ ਨੇ ਆਪਣੀ ਚੁੰਝ ਪਾਈ ਤੇ ਲੋਕਾਂ ਨੇ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ। ਕਹਿੰਦੇ ਦੇਖੋ ਹੰਸ ਡੱਡੂ ਬਣ ਗਿਆ ਹੈ। ਉਸ ਤਲਾਬ ਵਿੱਚ ਚੁੰਝ ਪਾ ਲਈ। ਇਹ ਮਾਨਸਰੋਵਰ ਦੇ ਵਿੱਚ ਰਹਿ ਕਰਕੇ ਮੋਤੀ ਚੁਗਣ ਵਾਲਾ ਹੰਸ ਅੱਜ ਇਸ ਨਿੱਕੇ ਜਿਹੇ ਤਲਾਬ ਵਿੱਚੋਂ ਮੱਛੀਆਂ ਕਿਵੇਂ ਚੁੰਗਦਾ, ਇਹਨੇ ਕੁੱਲ ਨੂੰ ਦਾਗ ਲਾਇਆ। ਪਰ ਨਹੀਂ, ਬਾਬਾ ਫਰੀਦ ਸਾਹਿਬ ਕਹਿੰਦੇ ਨਹੀਂ, ਇਹਨੇ ਚੁੰਝ ਜ਼ਰੂਰ ਪਾਈ ਆ, ਪਰ ਇਹ ਮੱਛੀ ਖਾਵੇਗਾ ਨਹੀਂ। ਪਰ ਇਹ ਦ੍ਰਿੜਤਾ ਚਾਹੀਦੀ ਹੈ ਉਹਦੇ ਵਾਸਤੇ, ਇਕਾਗਰਤਾ ਚਾਹੀਦੀ ਹੈ ਉਹਦੇ ਵਾਸਤੇ, ਅਵਿਦਿਆ ਦਾ ਨਾਸ ਚਾਹੀਦਾ ਉਹਦੇ ਵਾਸਤੇ, ਔਰ ਉਸ ਅਵਿਦਿਆ ਦਾ ਨਾਸ ਗਿਆਨ ਤੋਂ ਹੋਵੇਗਾ। ਮੈਂ ਬਾਰ-ਬਾਰ ਇਹ ਬੇਨਤੀ ਕਰਦਾ ਹੁੰਦਾ ਕਿ ਗਿਆਨ ਤੋਂ ਬਿਨਾਂ ਕਦੇ ਵਿਵੇਕ ਦੀ ਪ੍ਰਾਪਤੀ ਨਹੀਂ ਹੁੰਦੀ, ਵਿਰਾਗ ਦੀ ਪ੍ਰਾਪਤੀ ਨਹੀਂ ਹੁੰਦੀ, ਅਤੇ ਵਿਰਾਗ ਤੋਂ ਬਿਨਾਂ ਕਦੇ ਨਾਮ ਨਹੀਂ ਮਿਲਦਾ ਹੈਗਾ। ਜਦੋਂ ਤੱਕ ਗਿਆਨ ਨਹੀਂ ਆਵੇਗਾ ਉਦੋਂ ਤੱਕ ਵਿਰਾਗ ਨਹੀਂ ਆਵੇਗਾ, ਅਤੇ ਜਿਹਨੂੰ ਵਿਰਾਗ ਆਇਆ ਹੈਗਾ ਉਹਨੂੰ ਹੀ ਨਾਮ ਦੀ ਪ੍ਰਾਪਤੀ ਹੋਵੇਗੀ। ਕਿਉਂਕਿ ਵਿਰਾਗ ਵਿੱਚ ਸਭ ਕੁਝ ਛੁੱਟ ਜਾਂਦਾ ਹੈਗਾ, ਸਾਰੇ ਬੰਧਨ ਟੁੱਟ ਜਾਂਦੇ। ਉੱਥੇ ਸੰਪਰਦਾਵਾਂ, ਉੱਥੇ ਆਪਣਾ ਮਨ, ਆਪਣਾ ਸਰੀਰ, ਆਪਣੀ ਇੱਛਾਵਾਂ, ਗਰਮ ਅਤੇ ਸਰਦ ਸਭ ਕੁਝ ਛੁੱਟ ਜਾਂਦਾ। ਉੱਥੇ ਕੇਵਲ ਔਰ ਕੇਵਲ ਸੂਰਜ ਰਹਿ ਜਾਂਦਾ,
ਮਹਾਰਾਜ ਨੇ ਕਈ ਉਦਾਹਰਨਾਂ ਦਿੱਤੀਆਂ ਉਸ ਬੈਰਾਗ ਦੀਆਂ, ਸਮਾਂ ਸਾਡੇ ਕੋਲ ਨਹੀਂ, ਪਰ ਮਹਾਰਾਜ ਨੇ ਪਤੰਗੇ ਦੀ ਉਦਾਹਰਨ ਦਿੱਤੀ। ਉਸ ਪਤੰਗੇ ਨੂੰ ਦੇਖੋ, ਉਸ ਪਤੰਗੇ ਨੇ ਆਪਣੇ ਆਪ ਨੂੰ ਬਾਲ ਲੈਣਾ ਉਸ ਅੱਗ ਦੀ ਲੋਹ ਦੇ ਵਿੱਚ, ਪਰ ਬਾਲਣ ਲੱਗਿਆ ਲੋਕ ਕਹਿਣਗੇ, ਕਹਿੰਦੇ ਦੇਖੋ ਕਿੰਨਾ ਮੂਰਖ ਹੈ, ਆਪਣੇ ਆਪ ਨੂੰ ਕੁਰਬਾਨ ਕਰ ਰਿਹਾ ਹੈ। ਪਰ ਉਸ ਪਤੰਗੇ ਨੂੰ ਪੁੱਛ ਕੇ ਦੇਖੋ ਉਹਦੇ ਅੰਦਰ ਦੀ ਖਿੱਚ ਕਿੰਨੀ ਕੁ ਹੈ। ਅਤੇ ਮੈਂ ਆਪ ਜੀ ਨੂੰ ਇਹ ਉਦਾਹਰਨ ਦੇਣਾ ਚਾਹੁੰਦਾ, ਸਾਡੇ ਕੋਲ ਸਮਾਂ ਨਹੀਂ ਤੇ ਅਸੀਂ ਐਕਟੀਵਿਟੀ ਕਰ ਲੈਂਦੇ। ਤੁਸੀਂ ਕਦੇ ਕਿਸੇ ਧਾਗੇ ਨੂੰ ਦੇਖਿਆ ਜਾਂ ਰੱਸੀ ਦੇਖੀ? ਕਦੇ ਰੱਸੀ 'ਚ ਵਲ ਪਏ ਆ, ਵਲ ਪਏ ਆ। ਜਦੋਂ ਉਸ ਰੱਸੀ ਨੂੰ ਵਲ ਪੈਣਗੇ ਕੀ ਉਹ ਰੱਸੀ ਖਿੱਚੀ ਜਾ ਸਕਦੀ ਹੈ? ਰੱਸੀ ਖਿੱਚੀ ਜਾ ਸਕਦੀ ਵਲਾਂ ਦੇ ਨਾਲ? ਨਹੀਂ। ਜੇਕਰ ਉਸ ਰੱਸੀ ਨੂੰ ਖਿੱਚਣਾ ਆ, ਉਹਨਾਂ ਵਲਾਂ ਨੂੰ ਕੱਢਣਾ ਪਵੇਗਾ, ਅਦਰਵਾਈਜ਼ ਜ਼ਮੀਨ ਤੋਂ ਫ੍ਰਿਕਸ਼ਨ ਆਵੇਗਾ ਨਾ। ਔਰ ਇਸੇ ਚੀਜ਼ ਨੂੰ ਸਾਡੇ ਜੀਵਨ 'ਚ ਸਮਝਣਾ ਆ, ਇਕਾਗਰਤਾ ਅਤੇ ਇਕਸਾਰਤਾ ਜ਼ਰੂਰੀ ਆ, ਡਿਸਪਲਿਨ ਜ਼ਰੂਰੀ ਆ। ਇਸੇ ਕਾਰਨ ਵਾਸਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੂੰ ਨਿਤਨੇਮ ਕਰ। ਅਤੇ ਜਦੋਂ ਨਿਤਨੇਮ ਸਿੱਖ ਨਿਤਨੇਮ ਕਰਦਾ ਹੈਗਾ, ਉਹਦੇ ਜੀਵਨ ਵਿੱਚ ਉਹ ਇਕਸਾਰਤਾ ਇਕਾਗਰਤਾ ਆਉਂਦੀ ਹੈ। ਅਤੇ ਉਹ ਇਕਸਾਰਤਾ ਇਕਾਗਰਤਾ ਉਸ ਸੂਰਜ ਦੀ ਨਿਆਈ ਆ ਜਿਹਨੂੰ ਆਪਣੇ ਜੀਵਨ 'ਚ ਕਮਾਉਣਾ ਹੈ ਅਤੇ ਉਹਦੇ ਤੱਕ ਪਹੁੰਚਣਾ ਹੈ। ਠੀਕ ਹੈ, ਸੋ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਵਿਚਾਰ ਕਰਦੇ ਹਾਂ। ਭੁੱਲ ਗਲਤੀ ਹੋ ਗਈ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।